ਸੋ ਮੈਂ ਸਵਰਨਵੀਰ ਸਿੰਘ ਆਪ ਸਾਰੇ ਜੀ ਦਾ ਇੱਕ ਵਾਰੀ ਫੇਰ 5K ਬ੍ਰੌਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਅਸੀਂ ਬੜੇ ਵਡਭਾਗੀ ਹਾਂ ਕਿ ਸਾਡੇ ਨਾਲ ਵੀਰ ਪਰਮਪਾਲ ਸਿੰਘ ਜੀ, ਜੋ ਕਿ ਰਾਈਟ ਫਰਮ ਦੀ ਬਿਗਨਿੰਗ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਦੇ ਨਾਲ ਮੋਢਾ ਰਲਾ ਕੇ ਉੱਥੇ ਖੜੇ ਹੋਏ ਨੇ, ਕਿਸਾਨਾਂ ਦੇ ਨਾਲ ਸੰਘਰਸ਼ ਕਰ ਰਹੇ ਨੇ, ਆਵਾਜ਼ ਚੁੱਕ ਰਹੇ ਨੇ, ਦੁਨੀਆ ਭਰ ਦੇ ਵਿੱਚ ਆਪਣੀ ਪੱਤਰਕਾਰਤਾ ਰਾਹੀਂ ਆਵਾਜ਼ ਚੁੱਕ ਰਹੇ ਨੇ। ਜਿਸ ਤਰੀਕੇ ਵੀ ਉਹ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੇ ਨੇ, ਦੇ ਰਹੇ ਨੇ, ਦੇਸ਼ ਦੇ ਵਿੱਚ ਵੀ ਤੇ ਵਿਦੇਸ਼ ਦੇ ਵਿੱਚ ਵੀ। ਔਰ ਆਪਣੇ ਮੀਡੀਆ ਰਾਹੀਂ ਵੀ ਇਹਨਾਂ ਨੇ ਲੋਕਾਂ ਨੂੰ ਕਾਫੀ ਵਾਕਫ ਕਰਾਇਆ ਵੇ, ਜਾਣੂ ਕਰਵਾਇਆ ਕਿ ਇਹ ਕੀ ਕਾਨੂੰਨ ਨੇ, ਕਿਉਂ ਇਹ ਕਾਨੂੰਨਾਂ ਨੂੰ ਕਾਲਾ ਕਿਹਾ ਜਾ ਰਿਹਾ ਵੇ ਤੇ ਕਿਸ ਤਰ੍ਹਾਂ ਇਹ ਪੰਜਾਬ ਕਿਸਾਨ ਤੇ ਬਾਕੀ ਸਾਰੇ ਜਿੰਨੇ ਵੀ ਆਵਾਮ ਹਿੰਦੁਸਤਾਨ ਦੇ ਵਿੱਚ ਬਸਦੀ ਹੈ ਉਸ ਦੇ ਵਾਸਤੇ ਇਹ ਕਾਨੂੰਨ ਕਾਲਾ ਹੈ। ਹੁਣ ਤੱਕ ਦਾ ਜੋ ਸਫ਼ਰ ਹੋਇਆ ਵੇ ਸਾਰੇ ਸੰਘਰਸ਼ ਦਾ, ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਜਿਹੜੀ ਨਿਊਜ਼ ਆਈ ਉਹਦੇ ਵਿੱਚ ਸੁਪਰੀਮ ਕੋਰਟ ਨੇ ਡਾਇਰੈਕਟ ਦਖਲ ਦੇ ਦਿੱਤਾ ਹੈ। ਆਮ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਇੱਕ ਬੜੀ ਅੱਛੀ ਨਿਸ਼ਾਨੀ ਹੈ, ਪਰ ਜਿਹੜੇ ਗੂੜੀ ਨਿਗਾਹ ਦੇ ਨਾਲ ਇਹ ਸਾਰੇ ਮਾਮਲੇ ਨੂੰ ਵੇਖ ਰਹੇ ਨੇ ਉਹ ਜਾਣ ਸਕਦੇ ਨੇ ਕਿ ਇਹ ਸਾਜ਼ਿਸ਼ ਇਸ ਸੰਘਰਸ਼ ਦੇ ਖਿਲਾਫ ਹੀ ਹੈ। ਹੁਣ ਤੱਕ ਦਾ ਸਫ਼ਰ ਕਿੱਦਾਂ ਰਿਹਾ ਹੈ, ਅੱਗੋਂ ਇਸ ਸਫ਼ਰ ਦੀ, ਇਸ ਸੰਘਰਸ਼ ਦੀ ਕੀ ਪਲੈਨਿੰਗ ਹੈ, ਤੇ ਇਹ ਜੋ ਸੁਪਰੀਮ ਕੋਰਟ ਨੇ ਦਖਲ ਦਿੱਤਾ ਵੇ ਇਹਦਾ ਕੀ ਪ੍ਰਭਾਵ ਪਿਆ ਤੇ ਇਹ ਕਿਉਂ ਦਖਲ ਦਿੱਤਾ ਗਿਆ ਵੇ, ਇਹ ਸਾਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਪਰਮਪਾਲ ਵੀਰ ਜੀ, ਜਿਸ ਤਰ੍ਹਾਂ ਅਸੀਂ ਕਿਹਾ, ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ, ਅਸੀਂ ਆਪਣੀ ਟੀਮ ਵੱਲੋਂ ਔਰ ਪੂਰੇ ਦਰਸ਼ਕਾਂ ਵੱਲੋਂ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਤੁਸੀਂ ਇਸ ਸੰਘਰਸ਼ ਨੂੰ ਆਪ ਲੜਿਆ, ਜੀਆ ਵੇ, ਹੰਡਾਇਆ ਵੇ ਔਰ ਹਾਲੇ ਤੱਕ ਤੁਸੀਂ ਇਸ ਉੱਤੇ ਕੰਮ ਕਰ ਰਹੇ ਹੋ। ਤੁਹਾਡਾ ਸਾਰਾ ਕਾਰਜ ਬਹੁਤ ਸ਼ਲਾਘਾਯੋਗ ਹੈ ਵੀਰ ਜੀ। ਤੇ ਜ਼ਿਆਦਾ ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ, ਹੁਣ ਤੁਸੀਂ ਇੱਕ ਸੰਖੇਪ ਦੇ ਵਿੱਚ ਦੱਸੋ ਕਿ ਰਾਈਟ ਫਰਮ ਦੀ ਬਿਗਨਿੰਗ ਤੇ ਹੁਣ ਤੱਕ ਦਾ ਇਹ ਸਫ਼ਰ ਕਿੱਦਾਂ ਰਿਹਾ, ਕਿਹੜੇ ਕਿਹੜੇ ਉਤਾਰ ਚੜਾਅ ਆਏ, ਤੇ ਅੱਗੇ ਫਿਰ ਅਸੀਂ ਗੱਲ ਚੱਲਦੇ ਹਾਂ ਵੀਰ ਜੀ। ਦੇਖੋ ਵੀਰ ਜੀ, ਸੰਘਰਸ਼ ਨੂੰ ਜੇ ਦੇਖਿਆ ਜਾਵੇ ਤਾਂ ਇਹਦੀ ਸਭ ਤੋਂ ਪਹਿਲੀ ਖੂਬਸੂਰਤੀ ਇਹ ਹੈ ਬਈ ਸੰਘਰਸ਼ ਆਪਣੇ ਮਤਲਬ ਬਹੁਤ ਹੀ ਉੱਚੇ ਮੁਕਾਮ ਤੇ, ਰਾਈਟ, ਜਿਹਨੂੰ ਕਹਿੰਦੇ ਨੇ ਪੀਕ ਹੈ, ਇਸ ਟਾਈਮ ਉੱਥੇ ਪਹੁੰਚਿਆ ਹੋਇਆ। ਤੇ ਜਿਹੜੇ ਇਹਦੇ ਫਰੋਮ ਦਾ ਬਿਗਨਿੰਗ ਬਹੁਤ ਸਾਰੇ ਐਸੇ ਪਹਿਲੂ ਨੇ ਜਿਹੜੇ ਸਾਨੂੰ ਇੰਸਪਾਇਰ ਵੀ ਕਰਦੇ ਨੇ, ਖਾਸ ਕਰਕੇ ਜੇ ਕਿਉਂਕਿ ਮੈਂ ਪੰਥ ਦੀ ਨੁਮਾਇੰਦਗੀ ਕਰਨ ਵਾਲਾ ਸ਼ਖਸ ਹਾਂ ਜੀ, ਰਿਲੀਜੀਅਸ ਸਟੇਟ ਹੈ ਮੇਰਾ, ਹੈ ਨਾ, ਤੇ ਗੁਰਮਤਿ ਪਰਿਪੇਖ ਤੋਂ ਕਹਾਂ ਤਾਂ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਸਾਡੀ ਜਿੱਤ ਵੀ ਹੈ ਤੇ ਸਾਡਾ ਜਾਗਣਾ, ਖਾਸ ਕਰਕੇ ਪੰਜਾਬ ਦਾ। ਦੇਖੋ, ਜਦੋਂ ਤੁਸੀਂ ਮੈਂ ਜਿਹੜੇ ਲੋਕ ਦਿੱਲੀ ਦੇ ਧੱਕਿਆਂ ਬਾਰੇ ਜਾਣਦੇ ਸੀਗੇ ਵੀ ਦਿੱਲੀ ਹਮੇਸ਼ਾ ਪੰਜਾਬ ਨਾਲ ਧੱਕੇ ਕਰ ਰਹੀ ਹੈ, 1947 ਤੋਂ ਲੈ ਕੇ ਹੁਣ ਤੱਕ 2021 ਤੱਕ ਦਿੱਲੀ ਨੇ ਕਦੇ ਵੀ ਪੰਜਾਬ ਦਾ ਕੋਈ ਹੱਕ ਨਹੀਂ ਦਿੱਤਾ, ਕੋਈ ਪੱਖ ਨਹੀਂ ਪੂਰਿਆ ਤੇ ਸਾਨੂੰ ਹਮੇਸ਼ਾ ਬੇਗਾਨਗੀ ਦਾ ਅਹਿਸਾਸ ਕਰਵਾਇਆ, ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ, ਚਾਹੇ ਉਹ ਪੰਜਾਬ ਦੀ ਵੰਡ ਹੋਵੇ, ਚਾਹੇ ਪੰਜਾਬ ਸਟੇਟ ਦੀ ਵੰਡ ਹੋਵੇ, ਚਾਹੇ 1984 ਹੋਵੇ ਤੇ ਜਾਂ ਮਗਰੋਂ ਹੁਣ ਤੱਕ ਦੀਆਂ ਜਿੰਨੀਆਂ ਵੀ ਘਟਨਾਵਾਂ, ਬਹੁਤ ਸਾਰੀਆਂ ਕੌਨਸਪੀਰੈਂਸੀ ਥਿਊਰੀਜ਼ ਜਿਹੜੀਆਂ ਉਹ ਪੰਜਾਬ ਤੇ ਲਾਗੂ ਰਹੀਆਂ, ਜਿਹਦੇ ਤਹਿਤ ਕਦੇ ਨਸ਼ੇ, ਕਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਐਂਡ ਬਹੁਤ ਸਾਰਾ ਹੋਰ ਕੁਛ ਜਿਹੜਾ ਉਹ ਸਮੇਂ ਦੇ ਉੱਤੇ ਪੰਜਾਬ ਦੀ ਜਵਾਨੀ ਨੂੰ ਆਪਣੇ ਹੱਕਾਂ ਤੋਂ ਦੂਰ ਕਰਨ ਵਾਸਤੇ ਜਾਂ ਉਹਨਾਂ ਦੀ ਗੱਲ ਤੋਂ ਦੂਰ ਕਰਨ ਵਾਸਤੇ ਇੱਥੇ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ। ਸੋ ਇਸ ਵਾਰੀ ਪਹਿਲੀ ਵਾਰੀ ਹੋਇਆ। ਇਸ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਪੰਜਾਬ ਦੇ ਏਜੰਡੇ ਤੇ ਦਿੱਲੀ ਆਈ। ਪੰਜਾਬ ਦੇ ਗੀਤਾਂ ਦੇ ਵਿੱਚ ਜਿਹੜਾ ਮੱਥਾ ਲੱਗ ਰਿਹਾ ਉਹ ਦਿੱਲੀ ਨਾਲ ਲੱਗ ਰਿਹਾ, ਦਿੱਲੀ ਨੂੰ ਸੰਬੋਧਿਤ ਹੋ ਕੇ ਗਾਣੇ ਗਾਏ ਜਾ ਰਹੇ ਨੇ, ਗੀਤ ਗਾਏ ਜਾ ਰਹੇ ਨੇ, ਜਿਹੜੇ ਨਾਅਰੇ ਲਾਏ ਜਾ ਰਹੇ ਨੇ। ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਪੀੜ੍ਹੀ ਦੀ ਜਵਾਨੀ ਨੇ ਆਪ ਦੇਖਿਆ ਕਿ ਕਿਵੇਂ ਲੋਕਤੰਤਰ ਦਾ ਘਾਣ ਕਰਕੇ, ਤੁਸੀਂ ਦੇਖੋ ਵੀ ਪੀਸਫੁਲ ਪ੍ਰੋਟੈਸਟ ਪਹਿਲਾਂ ਤਕਰੀਬਨ 2.5 ਤੋਂ 3 ਮਹੀਨੇ ਪੰਜਾਬ 'ਚ ਚੱਲਿਆ, ਵੱਖ-ਵੱਖ ਪਾਰਟੀਆਂ ਨੇ ਕੰਮ ਕੀਤਾ, ਕਿਸਾਨ ਜਥੇਬੰਦੀਆਂ ਨੇ ਕੀਤਾ, ਆਮ ਲੋਕਾਂ ਨੇ ਆਪ ਮੁਹਾਰੇ ਹੋ ਕੇ ਜਿਹੜਾ ਸ਼ੰਭੂ ਦੇ ਵਿੱਚ ਸਭ ਤੋਂ ਵੱਡਾ ਇਕੱਠ ਕੀਤਾ, ਪੰਜਾਬ ਬੰਦ ਹੋਇਆ, ਉਹ ਸਾਰੇ ਸੰਘਰਸ਼ ਨੂੰ ਇੱਕ ਲੋਕ ਲਹਿਰ ਬਣਾਉਣ ਵਿੱਚ ਕਾਮਯਾਬ ਹੋਏ। ਉਸ ਤੋਂ ਬਾਅਦ ਕੀ ਹੋਇਆ ਜੀ, ਹੌਲੀ-ਹੌਲੀ ਲੋਕ ਜਾਗਣੇ ਸ਼ੁਰੂ ਹੋਏ। ਲੋਕਾਂ ਦੇ ਜਾਗਣ ਨਾਲ ਇੱਕ ਲਹਿਰ ਬਣ ਗਈ ਤੇ ਦਿੱਲੀ ਦੇ ਲਈ ਇੱਕ ਬਹੁਤ ਵੱਡੇ ਖਤਰੇ ਦੀ ਘੰਟੀ ਬਣਦੀ ਜਾ ਰਹੀ ਸੀ। ਪਰ ਉਹਨਾਂ ਨੂੰ ਇਹ ਸੀਗਾ ਵੀ ਇਹ ਉਹਨਾਂ ਦਾ ਗੋਦੀ ਮੀਡੀਆ ਬਾਰ-ਬਾਰ ਇੱਕ ਬਕਵਾਸ ਕਰ ਰਿਹਾ ਸੀ, ਇਹ ਸਿਰਫ ਪੰਜਾਬ ਦੀ ਗੱਲ ਹੈ, ਪੰਜਾਬ ਦੇ ਲੋਕਾਂ ਨੂੰ ਪ੍ਰੋਬਲਮ ਹੈ, ਜਾਂ MSP ਸਟੇਟ ਹੈ, ਇਹਦਾ ਕਰਕੇ ਜਿਹੜੇ ਹੈ ਪੰਜਾਬ ਦੇ ਲੋਕ ਚੀਕ ਰਹੇ ਨੇ ਇਹਦੇ ਖਿਲਾਫ, ਬਾਕੀ ਸਾਰਾ ਦੇਸ਼ ਸਾਡੇ ਨਾਲ ਹੈ, ਬਾਕੀ ਕਿਸੇ ਦੇਸ਼ ਦੀ ਕਿਸੇ ਸਟੇਟ ਨੂੰ ਕੋਈ ਪ੍ਰੋਬਲਮ ਨਹੀਂ।
ਇਸ ਸਾਰੇ ਸ਼ਾਂਤਮਈ ਸੰਘਰਸ਼ ਦੇ ਵਿੱਚ ਉਦੋਂ ਵੱਡਾ ਕਿੱਲ ਲੱਗਦਾ ਹੈ ਜਦੋਂ ਉਹ 26 ਤੇ 27 ਤਰੀਕ ਦੀ ਦਿੱਲੀ ਜਾਣ ਦੀ ਕਾਲ ਦਿੱਤੀ। ਸਾਰਾ ਪੰਜਾਬ ਜਾਗ ਗਿਆ, ਹਰ ਇੱਕ ਚੁੱਲ੍ਹੇ ਚੁੱਲ੍ਹੇ ਤੋਂ, ਹਰ ਇੱਕ ਗਲੀ ਮੁਹੱਲੇ, 7 ਪਿੰਡਾਂ ਸ਼ਹਿਰਾਂ ਤੋਂ ਇੱਕ ਆਵਾਜ਼ ਬੁਲੰਦ ਹੋਈ, ਦਿੱਲੀ ਚਲੋ, 26 27 ਨੂੰ ਦਿੱਲੀ ਚਲੋ। 26 27 ਸੋ ਲੱਖਾਂ, ਹਾਂਜੀ ਮੈਂ 26 27 ਨਵੰਬਰ ਦੀ ਗੱਲ ਕਰ ਰਿਹਾ। ਤੇ ਬਹੁਤ ਵੱਡੀ ਉਤਸ਼ਾਹਜਨਕ ਸਾਰੇ ਪੰਜਾਬ ਚੋਂ ਇੱਕ ਲਹਿਰ ਉੱਠਦੀ ਹੈ। ਐਸੀ ਹੀ ਲਹਿਰ ਹਰਿਆਣੇ ਦੇ ਵਿੱਚ ਵੀ ਉੱਠਦੀ ਹੈ। ਸਾਡਾ ਤੇ ਹਰਿਆਣੇ ਦਾ ਫਰਕ ਸਿਰਫ ਇੰਨਾ ਸੀਗਾ ਵੀ ਇੱਥੇ ਕਾਂਗਰਸ ਦੀ ਸਰਕਾਰ ਸੀ, ਉਹਨੂੰ ਜਾਣੇ ਚਾਹੁੰਦਿਆਂ ਨਾ ਚਾਹੁੰਦਿਆਂ ਹੋਇਆਂ ਜਿਹੜਾ ਉਹ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਖਲੋਣਾ ਪਿਆ ਤੇ ਥੋੜਾ ਜਿਹਾ ਇਸ ਕਿਸਾਨੀ ਲਹਿਰ ਨੂੰ ਉਤਸ਼ਾਹਿਤ ਕਰਨਾ ਪਿਆ। ਇਸ ਕਰਕੇ ਸਾਡਾ ਪੁਲਿਸ ਨਾਲ ਕੋਈ ਝਗੜਾ ਜਾਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋਈ, ਭਾਵੇਂ ਕਿ ਕੈਪਟਨ ਸਰਕਾਰ ਦੇ ਸਮੇਂ ਤੋਂ ਬਹੁਤ ਸਾਰੀਆਂ ਕੁਝੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਸਾਹਮਣੇ ਆਉਂਦੀਆਂ ਰਹੀਆਂ, ਜਿਵੇਂ ਕਿ ਹੁਣ ਤਾਜ਼ਾ ਹੀ ਅਜੇ ਤੁਸੀਂ ਦੇਖਿਆ ਕਿ ਇੱਕ ਗੀਤਕਾਰ ਦੇ ਉੱਤੇ ਜਾਂ ਇੱਦਾਂ ਕਰਕੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਸੀ ਉਹਨਾਂ ਦੇ ਪਰਚੇ ਦਰਜ ਹੋਏ, ਜਾਂ ਉਹ ਜਿਹੜੇ ਇੱਕ ਪ੍ਰੋਟੈਸਟ ਦੇ ਵਜੋਂ ਤੀਕਸ਼ਣ ਸੂਦ ਦੀ ਆਪਣੀ ਕੋਠੀ ਦੇ ਅੱਗੇ ਜਿਨ੍ਹਾਂ ਨੇ ਪ੍ਰੋਟੈਸਟ ਵਜੋਂ ਇੱਕ ਸਿੰਬੋਲਿਕ ਵੇ ਦੇ ਨਾਲ ਇਹ ਗੋਹੇ ਦੀ ਟਰਾਲੀ ਉਹਨਾਂ ਦੇ ਬੂਹੇ ਗਾੜੀ ਸਿੱਟੀ, ਉਹਦੇ ਤੇ 307 ਦਾ ਜਿਹੜਾ ਪਰਚਾ ਦਰਜ ਕੀਤਾ ਜਾਂਦਾ। ਸੋ ਇਹ ਇੱਕ ਮੂਰਖਤਾਈ ਹੈ। ਮਤਲਬ ਕਹਿਣਾ ਇਹ ਚਾਹੁੰਦਾ ਕਿ ਕੈਪਟਨ ਸਰਕਾਰ ਵੀ ਇੰਨੀ ਸੁਹਿਰਦ ਨਹੀਂ ਸੀ, ਪਰ ਹਰਿਆਣੇ ਨਾਲੋਂ ਬੈਟਰ ਸੀ ਕਿਉਂਕਿ ਉੱਥੇ ਖੱਟੜ ਦੀ ਬੀਜੇਪੀ ਗਵਰਨਮੈਂਟ ਸੀਗੀ, ਇਸ ਕਰਕੇ ਸਰਦਾਰ ਗੁਰਨਾਮ ਸਿੰਘ ਚੜੂੰਨੀ ਹੋਣ ਵਾਲੀ ਥੋੜੀ ਜਿਹੀ ਚੁਣੌਤੀ ਵੱਧ ਸੀ ਸਾਡੇ ਨਾਲ। ਪਰ ਆਮ ਵੈਰੀ ਥੈਂਕਫੁਲ ਟੂ, ਮਤਲਬ ਸੱਚੇ ਪਾਤਸ਼ਾਹ ਹਜ਼ੂਰ ਨੇ ਕਿਰਪਾ ਕੀਤੀ ਕਿ ਉਹਨਾਂ ਨੇ ਮੈਨੂੰ ਯਾਦ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਜਿਹੜੀ ਲਹਿਰ ਅਸੀਂ ਆਰੰਭ ਕੀਤੀ ਸੀਗੀ, ਉਹਦੇ ਤਹਿਤ ਅਸੀਂ ਸ਼ਹਿਰਾਂ ਦੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਅਸੀਂ ਸ਼ਹਿਰਾਂ ਦੇ ਧਰਨੇ ਲਾਏ ਸੀ ਸ਼ਹਿਰੀਆਂ ਨੂੰ ਜਗਾਉਣ ਵਾਸਤੇ। ਉਹਦੇ ਆਖਰੀ ਧਰਨੇ ਤੇ ਮੈਨੂੰ ਯਾਦ ਹੈ ਵੀ ਹਰਿਆਣੇ ਦੀ ਟੀਮ ਨੇ ਉਸ ਸਟੇਜ ਦੇ ਉੱਤੋਂ ਇਹ ਗੱਲ ਕਹੀ ਸੀ ਕਿ ਭਾਈ ਅਸੀਂ 25 ਤਰੀਕ ਨੂੰ ਜਾਣਾ, ਤੁਸੀਂ 26 ਨੂੰ ਜਾਣਾ, ਟ੍ਰੇਲਰ ਤੁਹਾਨੂੰ ਦਿਖਾਵਾਂਗੇ ਤੇ ਤੁਹਾਡੇ ਰਸਤੇ ਸਾਫ਼ ਅਸੀਂ ਕਰਾਂਗੇ, ਤੁਸੀਂ ਸਿਰਫ ਇੰਨਾ ਕੰਮ ਕਰਿਓ ਵੀ ਟਰਾਲੀਆਂ ਭਰ ਕੇ ਸਾਡੇ ਮਗਰ ਆ ਜਾਓ, ਬੈਰੀਕੇਡਸ ਤੁਹਾਨੂੰ ਅਸੀਂ ਤੋੜ ਕੇ ਦਿਖਾਵਾਂਗੇ। ਇਹ ਸਿਰਫ ਬਿਆਨ ਨਹੀਂ ਸੀ ਸਟੇਜ ਦਾ, ਉਹ ਜਿੰਨੇ ਵੀ ਸਾਡੇ ਵੀਰ ਸੀਗੇ, ਗੁਰਨਾਮ ਸਿੰਘ ਚੜੂੰਨੀ ਦੀ ਟੀਮ ਵਿੱਚ ਅਮਰਜੀਤ ਸਿੰਘ ਹੈ, ਤੇਜਵੀਰ ਸਿੰਘ ਹੈ, ਬਲਜਿੰਦਰ ਸਿੰਘ ਨੇ, ਜਾਂ ਉਹ ਮੁੰਡਾ ਨਵਦੀਪ ਸਿੰਘ ਹੈ, ਉਹਦੇ ਫਾਦਰ ਜੈ ਸਿੰਘ ਨੇ, ਬੜੀ ਡੈਡੀਕੇਟਡ ਟੀਮ ਹੈ ਜਿਹਨੇ, ਤੁਸੀਂ ਦੇਖੋ ਮੈਂ ਕਈ ਵਾਰੀ ਪੰਜਾਬ ਵਾਲਿਆਂ ਨੂੰ ਇਹ ਜ਼ਰੂਰ ਕਹਿੰਦਾ ਵਾਂ, ਖਾਸ ਕਰਕੇ ਜਿਹੜੀਆਂ ਇੱਥੋਂ ਦੀਆਂ ਕਿਸਾਨੀ ਸੰਘਰਸ਼ ਵਿੱਚ ਆਗੂ ਰੋਲ ਅਦਾ ਕਰ ਰਹੀਆਂ ਬਹੁਤ ਸਾਰੀਆਂ ਧਿਰਾਂ ਨੇ, ਕਿ ਦੇਖੋ ਜੇ ਗੁਰਨਾਮ ਸਿੰਘ ਚੜੂੰਨੀ ਚਾਹੁੰਦੇ ਤੇ ਸਿੱਧੇ ਵੀ ਕੁੰਡਲੀ ਜਾ ਸਕਦੇ, ਕਿਉਂਕਿ ਉਹ ਤਾਂ ਬੈਠੇ ਹੀ ਰਹਿਣੇ ਸੀ। ਉਹ ਤਾਂ ਡਾਂਡੇ ਮਿੰਡੇ ਛੋਟੇ ਵੀਰ ਜੀ ਰਸਤਿਆਂ ਥਾਣੀ ਉਹਨਾਂ ਜਾਣਾ ਹੀ ਸੀ ਨਾ, ਦਿੱਲੀ ਨੂੰ ਜਾਣ ਦੇ ਬਹੁਤ ਸਾਰੇ ਰਸਤੇ ਆ, ਉਹ ਛੋਟੇ ਛੋਟੇ ਰਸਤਿਆਂ ਥਾਣੀ ਅਖੀਰ ਕੁੰਡਲੀ ਜਾਂਦੇ ਜਾਂ ਦਿੱਲੀ ਵੀ ਜਾ ਸਕਦੇ ਸੀਗੇ, ਕਿਉਂਕਿ ਉਹਦਾ ਜੁੜੇ ਹੋਏ ਆ, ਉਹਨਾਂ ਦੀ ਤਾਂ ਸਾਰੀ ਸਟੇਟ ਦਾ ਬਾਰਡਰ ਜਿਹੜਾ ਉਹ ਦਿੱਲੀ ਨਾਲ ਜੁੜਦਾ, ਉਹ ਚਾਹੁੰਦੇ ਤੇ ਜਾ ਸਕਦੇ ਸੀ, ਪਰ ਉਹਨੇ ਲਲਕਾਰ ਕੇ, ਦੇਖੋ ਇੱਕ ਗੱਲ ਕਲੀਅਰ ਆ ਵੀ ਸ਼ੰਭੂ ਬੈਰੀਅਰ ਤੋੜਨ ਲਈ ਉਹ ਵਾਪਸ ਆਏ, ਉਹਨਾਂ ਦੀ ਡਿਊਟੀ ਨਹੀਂ ਹੈ ਸ਼ੰਭੂ ਬੈਰੀਅਰ ਤੋੜਨਾ ਜੀ, ਕਿਉਂਕਿ ਉਹ ਤਾਂ ਦਿੱਲੀ ਵੱਲ ਜਾ ਰਹੇ ਨੇ, ਪਰ ਉਹਨਾਂ ਨੇ ਪੰਜਾਬ ਨਾਲ ਇੱਕ ਪਿਆਰੀ ਸਾਂਝ, ਇੱਕ ਮੋਢਾ, ਤੇ ਜਿਹੜਾ ਦਿੱਲੀ ਸਰਕਾਰ ਕਹਿਣਾ ਚਾਹੁੰਦੀ ਸੀ ਕਿ ਪੰਜਾਬ ਇਕੱਲਾ ਸੰਘਰਸ਼ ਵਿੱਚ ਹੈ ਜਾਂ ਹਰਿਆਣਾ ਪੰਜਾਬ ਦਾ ਮਸਲਾ ਹੈ ਜਾਂ ਪੰਜਾਬ ਤੇ ਹਰਿਆਣੇ ਦਾ ਪਟਕ ਪਾਉਣ ਦੀ ਕੋਸ਼ਿਸ਼ ਸੀ, ਉਹਨੂੰ ਉਹਨਾਂ ਨੇ ਖਤਮ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਚੜੂੰਨੀ ਟੀਮ ਨੇ ਸ਼ੰਭੂ ਬੈਰੀਅਰ ਤੋੜਿਆ, ਉਹ ਪਿੱਛੇ ਗਏ, ਉਹਨਾਂ ਨੇ ਪਿਛਲਾ ਬੈਰੀਅਰ ਤੋੜ ਕੇ ਰਸਤਾ ਬਣਾਇਆ ਜਿੱਥੋਂ ਕਿ ਇਹ ਸਾਰਾ ਜਿਹੜਾ ਕਾਫਲਾ ਹੈ ਉਹ ਅੱਗੇ ਵਧਿਆ। ਖਨੌਰੀ ਬਾਰਡਰ ਜਿਹੜਾ ਸੀਗਾ ਉਹ, ਕਿਉਂਕਿ ਉਗਰਾਹਾਂ ਦੇ ਕੋਲ ਉਸ ਵੇਲੇ, ਕਿਉਂਕਿ ਸਾਡੀ ਸਾਰੀ ਟੀਮ ਜਿੰਨੀ ਵੀ ਲੱਖਾ ਸਰਾਣਾ, ਵੀਰ ਸਿੰਘ ਹੋਰੀ, ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਐਂਡ ਵੀਰ ਕਵਰ ਗਰੇਵਾਲ ਹੋਰੀ, ਇਹਨਾਂ ਸਾਰਿਆਂ ਦਾ ਇੱਕ ਜੁਆਇੰਟ ਪਲਾਨ ਸੀਗਾ ਕਿ ਅਸੀਂ ਖਨੌਰੀ ਬਾਰਡਰ ਤੋਂ ਇੰਟਰ ਕਰਾਂ, ਤੇ ਉਹ ਅਸੀਂ ਉੱਥੇ ਜਾ ਕੇ ਦੇਖਿਆ ਤੇ ਉਗਰਾਹਾਂ ਦਾ ਬਿਆਨ ਸੀ ਸਟੇਜ ਤੋਂ, ਉਹਨਾਂ ਦੇ ਲੋਕ ਬੋਲ ਰਹੇ ਸੀ ਵੀ ਅਸੀਂ ਬਾਰਡਰ ਨਹੀਂ ਤੋੜਨਾ, ਅਸੀਂ ਅੱਗੇ ਨਹੀਂ ਜਾਣਾ, ਅਸੀਂ ਸ਼ਾਂਤਮਈ ਰਹਿਣਾ। ਉਹਨਾਂ ਕੋਲ ਤਕਰੀਬਨ ਉਸ ਵੇਲੇ ਵੀ 1 ਤੋਂ 1.25 ਲੱਖ ਬੰਦਾ ਸੜਕ ਦੇ ਉੱਤੇ ਇੱਕ ਲੰਬੇ 8-10 ਕਿਲੋਮੀਟਰ ਦੇ ਕਾਫਲੇ 'ਚ ਖਨੌਰੀ ਬਾਰਡਰ ਤੇ ਸੀਗਾ। ਅਸੀਂ ਦੇਖਿਆ ਜਾ ਕੇ ਵੀ ਉਹ ਬਾਰਡਰ ਪ੍ਰੋਪਰ ਸੀਲ ਸੀਗਾ, ਪਰ ਉਗਰਾਹਾਂ ਹੋਰਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਨੇ ਕਿਹਾ ਵੀ ਅਸੀਂ ਤੋੜਨਾ ਨਹੀਂ ਹੈ। ਸੋ ਅਸੀਂ ਉੱਥੋਂ ਮੂਵ ਕਰਕੇ ਜਦੋਂ ਸਾਨੂੰ ਪਤਾ ਲੱਗਾ ਕਿ ਜਿਹੜਾ ਸ਼ੰਭੂ ਬੈਰੀਅਰ ਆ ਉਹ ਉੱਥੇ ਜਿਹੜਾ ਬਾਰਡਰ ਆ ਉਹ ਤੋੜ ਦਿੱਤਾ ਗਿਆ, ਸੋ ਅਸੀਂ ਉੱਥੋਂ ਐਂਟਰ ਕੀਤੇ। ਸੋ ਹਰਿਆਣਾ ਨੇ ਭਾਵੇਂ ਉਹ ਸਾਰੇ ਬੈਰੀਕੇਡਸ ਤੋੜੇ, ਲੇਕਿਨ ਉਹਦੇ ਅੰਦਰ ਜਿਹੜਾ ਜਜ਼ਬਾ ਸੀ, ਜਨੂਨ ਸੀਗਾ, ਪੰਜਾਬ ਦੀ ਜਵਾਨੀ ਨੂੰ ਇੱਕ ਮੈਸੇਜ ਮਿਲਿਆ। ਨਵਦੀਪ ਦਾ ਵਾਟਰ ਕੈਨਨ ਬੰਦ ਕਰਨਾ, ਉਹ ਫੋਟੋ, ਉਹ 15 ਸੈਕਿੰਡ ਦਾ ਕਲਿੱਪ ਪੰਜਾਬ ਤੇ ਹਰਿਆਣਾ ਲਈ ਇੱਕ ਬਹੁਤ ਵੱਡਾ ਉਤਸ਼ਾਹ ਭਰਦਾ ਸੀ ਜਵਾਨੀ ਦੀ, ਜੇ ਉਹ ਮੁੰਡਾ ਕਰ ਸਕਦਾ, ਯੰਗ ਹੈ ਤਾਂ ਹੋਰ ਕਿਉਂ ਨਹੀਂ ਕਰ ਸਕਦਾ। ਸੋ ਇਹ ਕਾਫਲਾ ਜਿਹੜਾ ਇਹ ਦਿੱਲੀ, ਉੱਥੇ ਅੰਤ ਨੂੰ 2-4 ਬਾਰਡਰ ਰਸਤੇ 'ਚ ਕਰਨਾਲ ਵਾਲਾ, ਜਿਹੜਾ ਪਾਣੀਪਤ ਵਾਲਾ, ਹੋਰ ਬਾਰਡਰ ਤੋੜੇ ਗਏ। ਐਂਡ ਉਸ ਤੋਂ ਬਾਅਦ ਇਹ ਕੁੰਡਲੀ, ਕਿਉਂਕਿ 7 ਲੇਅਰਡ ਬੈਰੀਕੇਡ ਹੈ ਉੱਥੇ,
ਉੱਥੇ 7 ਵੱਖ-ਵੱਖ ਜਿਹੜੀਆਂ ਲੇਅਰਸ ਬਣੀਆਂ ਹੋਈਆਂ, ਉਹ ਦਿੱਲੀ ਤੋਂ 15 ਕਿਲੋਮੀਟਰ ਤਕਰੀਬਨ ਪਹਿਲਾਂ ਹੈ। ਰਾਈਟ। ਤੇ ਉਹ 7 ਲੇਅਰ ਸੀਗੀਆਂ। ਪੁਲਿਸ 2000 ਦੇ ਕਰੀਬ ਸੀਗੀ। ਇਸ ਕਰਕੇ ਤੇ ਅਸੀਂ 27 ਤਰੀਕ ਮਾਰਨਿੰਗ 10:47 ਤੇ ਉੱਥੇ ਪਹੁੰਚਦੇ ਹਾਂ। ਉਦੋਂ ਤੱਕ ਤਕਰੀਬਨ 2000 ਲੋਕ ਜਿਹੜੇ ਉੱਥੇ ਸਿਰਫ ਪਹੁੰਚੇ ਸੀ ਅਜੇ, ਤੇ ਕਿਉਂਕਿ ਗਿਣਤੀ ਘੱਟ ਸੀ, ਅਸੀਂ ਜਦੋਂ ਅੱਗੇ ਵੱਲ ਨੂੰ ਵਧੇ ਤੇ ਉਹਨਾਂ ਨੇ ਸਾਡੇ ਉੱਤੇ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਐਂਡ ਜੋ ਵੀ ਉਹ ਆਪਣਾ ਕਰ ਸਕਦੇ ਸੀ, ਉਹਨਾਂ ਨੇ ਆਪਦਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ। ਤੇ ਉੱਥੋਂ ਸਾਨੂੰ ਮਤਲਬ ਖਦੇੜਨ ਦੇ ਵਿੱਚ ਉਹ ਕਾਮਯਾਬ ਰਹੇ। ਸਾਨੂੰ ਥੋੜਾ ਜਿਹਾ ਪਿੱਛੇ ਹੋਣਾ ਪਿਆ ਉਸ ਗੱਲ ਦੇ ਵਿੱਚ, ਕਿਉਂਕਿ ਅਜੇ ਸਾਡੇ ਮਗਰਲਾ ਕਾਫਲਾ ਜਿਹੜਾ ਉਹ ਨਹੀਂ ਸੀ ਪਹੁੰਚਿਆ। ਤੇ ਲੱਖਾ ਸਦਾਣਾ ਉੱਥੇ ਖੜ ਕੇ ਅਸੀਂ ਇੱਕ ਮੈਸੇਜ ਜਿਹੜਾ ਉਹ ਲਾਈਵ ਟੈਲੀਕਾਸਟ ਕੀਤਾ ਵੀ ਅਜੇ ਸਾਡੇ ਕੋਲ ਬੰਦੇ ਘੱਟ ਨੇ, ਇਸ ਕਰਕੇ ਅਸੀਂ ਤੋੜਨ ਦੀ ਕੋਸ਼ਿਸ਼ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਡੇ ਨਾਲ ਪਿਛਲਾ ਜਿਹੜਾ ਤਕਰੀਬਨ 50,000 ਤੋਂ ਲੱਖ ਦੇ ਕਰੀਬ ਲੋਕਾਂ ਦਾ ਇਕੱਠ ਹੈ ਉਹ ਜਿੰਨੀ ਦੇਰ ਤੱਕ ਪਹੁੰਚਦਾ ਨਹੀਂ ਹੈ ਉਨੀ ਦੇਰ ਤੱਕ ਨਹੀਂ ਪਹੁੰਚਦਾ। ਸੋ ਸ਼ਾਮ ਤੋਂ ਪਹਿਲਾਂ ਉਹ ਸਾਰਾ ਇਕੱਠ ਵੀ ਉੱਥੇ ਪਹੁੰਚਿਆ ਤੇ ਉਸ ਤੋਂ ਬਾਅਦ ਵਿੱਚ ਰੇੜਕਾ ਪੈ ਗਿਆ ਵੀ ਇੱਥੇ ਕਿ ਬਰਾੜੀ ਦੂਜਾ ਜਿਹੜਾ ਇੱਕ ਜਗ੍ਹਾ ਹੈ ਉੱਥੇ ਬੈਠਣਾ, ਤੇ ਉਹ ਇਸ ਕਰਕੇ ਸਾਰਿਆਂ ਦਾ ਜੁਆਇੰਟ ਡਿਸੀਜਨ ਸੀਗਾ ਕਿ ਅਸੀਂ ਇੱਥੇ ਹੀ ਬੈਠੇ। ਇਹ ਗੱਲ ਤਾਂ 27 ਤਰੀਕ ਨੂੰ ਖਤਮ ਹੋ। ਹੁਣ ਉਸ ਤੋਂ ਬਾਅਦ ਉੱਥੇ ਮੋਰਚਾ ਆਰੰਭ ਹੁੰਦਾ, ਇੱਕ ਸਟੇਜ ਲੱਗਦੀ ਹੈ। ਸਟੇਜ ਦੇ ਉੱਤੇ ਜਿਹੜੀਆਂ 30 ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਜਿਹੜੇ ਬੁਲਾਰੇ ਨੇ ਉਸ ਮਤਲਬ 29 ਤਰੀਕ ਨੂੰ ਸਵੇਰ ਨੂੰ 28 ਤਰੀਕ ਨੂੰ ਉਹ ਸਟੇਜ ਤੋਂ ਇੱਕ ਅਨਾਊਂਸਮੈਂਟ ਕਰਦੇ ਨੇ ਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਕਿਸੇ ਨੇ ਵੀ ਸਟੇਜ ਤੋਂ ਬੋਲਣਾ ਹੋਵੇ ਉਹ ਸਾਡੀ 5 ਮੈਂਬਰੀ ਟੀਮ ਨੂੰ ਇੰਟਰਵਿਊ ਦੇਗਾ ਤੇ ਸਾਨੂੰ ਲਿਖ ਕੇ ਦੇਗਾ ਕਿ ਇੱਥੋਂ ਕੀ ਬੋਲਿਆ ਜਾਏ। ਸਾਨੂੰ ਬੜੀ ਖਿਚੜੀ ਇਸ ਗੱਲ ਦੇ ਉੱਤੇ ਵੀ ਹੂ ਦਾ ਹੈਲ ਮਤਲਬ ਇਹ ਕੀ ਹਿਸਾਬ ਕਿਤਾਬ ਕੀ ਹੈ। ਮਤਲਬ ਸਾਰੀ ਦੁਨੀਆ ਆਪ ਮੁਹਾਰੀ ਆਈ ਹੈ, ਜਦੋਂ ਤੁਸੀਂ ਤਾਂ ਆਉਣਾ ਹੀ ਨਹੀਂ ਸੀ ਚਾਹੁੰਦੇ, ਹੁਣ ਤੁਸੀਂ ਸਾਰੀ ਸਟੇਜ ਦੇ ਮਾਲਕ ਕਿਵੇਂ ਬਣ ਗਏ? ਤੁਸੀਂ ਤਾਂ ਬਿਆਨ ਦਿੱਤਾ ਸੀ ਕਿ ਸਾਨੂੰ ਜਿੱਥੇ ਸਰਕਾਰ ਰੋਕੇਗੀ ਅਸੀਂ ਰੁਕ ਜਾਾਂਗੇ। ਇੱਕ ਬੰਦਾ ਤੁਹਾਡਾ ਅਜੇ ਉੱਥੇ ਹੀ ਖੜਾ ਜਿਹੜਾ ਉਹ ਸੀ ਉਗਰਾਹਾਂ ਹੋ ਰਹੀ ਉਹ ਤਾਂ ਚੱਲਿਆ ਹੀ ਨਹੀਂ ਅਜੇ। ਤੇ ਜਿਹੜੇ ਇੱਧਰੋਂ ਹਜ਼ਾਰਾਂ ਦੀ ਤਾਦਾਦ ਵਿੱਚ ਸਟੇਜ ਆ ਕੇ ਤੇ ਹੁਣ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਡਿਸਾਈਡ ਕਰਾਂਗੇ ਕੌਣ ਬੋਲੇਗਾ, ਜਕਾਰਾ ਨਹੀਂ ਲਾਉਣ ਦੇਣਾ, ਅਫਲਾਨ ਨਹੀਂ ਕਰਨਾ, ਏਦਾਂ ਨਾ ਕਰੋ। ਇਹ ਉੱਥੋਂ ਸਾਨੂੰ ਇੰਸਟਰਕਸ਼ਨਸ ਦੀਆਂ ਜਾਰੀ ਹੋਣੀਆਂ ਸ਼ੁਰੂ ਹੋ ਗਈਆਂ। ਤੇ ਉੱਥੇ ਫਿਰ ਏਦਾਂ ਹੋਇਆ ਵੀ ਅਸੀਂ ਜਿਹੜਾ ਰਾਜਸਥਾਨ ਦੀ ਨੁਮਾਇੰਦਗੀ ਕਰਦੇ ਸੀਗੇ ਰਾਜੂ ਵੀਰ ਜੀ ਜਾਂ ਗੁਰਨਾਮ ਸਿੰਘ ਸਰੋਣੀ ਜਿਹੜੇ ਹਰਿਆਣੇ ਦੀ ਨੁਮਾਇੰਦਗੀ ਕਰਦੇ ਸੀ, ਅਸੀਂ ਉਹਨਾਂ ਨਾਲ ਜਾਂ ਹੋਰ ਜਿਹੜੇ ਵੀ ਯੂਪੀ ਤੋਂ ਆਗੂ ਆਏ ਸੀਗੇ ਗੁਰਸੇਵਕ ਸਿੰਘ ਹੁਰੀ ਜਾਂ ਉਹਨਾਂ ਦੇ ਨਾਲ ਮਾਂਗੜ ਸਾਹਿਬ ਦੀ ਟੀਮ ਸਾਡੀ, ਅਸੀਂ ਸਾਰਿਆਂ ਨੇ ਇੱਕ ਡਾਕਟਰ ਸੁਖਬੀਰ ਸਿੰਘ ਯੂਦੋ ਕੇ ਵਿੱਚ ਕਵਰ ਗਰੇਵਾਲ ਲੱਖਾ ਸਦਾਣਾ ਵੀਰ ਸਿੰਘ ਸਾਰੀ ਟੀਮ ਨੇ ਇੱਕ ਜੁਆਇੰਟ ਮੀਟਿੰਗ ਕੀਤੀ ਵੀ ਇਹ 30 ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਇਹ ਸਾਰੀ ਸਰਕਾਰ ਵੀ ਇਹੀ ਚਾਹੁੰਦੀ ਹੈ ਵੀ ਇਹ ਸਿੱਧ ਕੀਤਾ ਜਾਵੇ ਵੀ ਇਹ ਪੰਜਾਬ ਹੀ ਇਕੱਲਾ ਕਰ ਰਿਹਾ ਤੇ ਇਹ ਕਿਸਾਨ ਜਥੇਬੰਦੀਆਂ ਵੀ ਕਿਸੇ ਦੂਜੇ ਨੂੰ ਲਾਗੇ ਨਹੀਂ ਲੱਗਣ ਦੇਦੀ ਵੀ ਇਹ ਗੱਲ ਗਲਤ ਹੈ ਵੀ ਤੁਸੀਂ ਸਾਰਿਆਂ ਨਾਲ ਰਲ ਕੇ ਚਲਾਓ। ਹਰਿਆਣਾ ਜੇ ਕਿਉਂਕਿ ਅਸਲ 'ਚ ਇੱਕ ਚੀਜ਼ ਹੋਰ ਫੈਕਟ ਦੇ ਵਿੱਚ ਦੱਸਦਾ ਜੀ ਕਿ ਪੰਜਾਬ ਦੀਆਂ 30 ਜਥੇਬੰਦੀਆਂ ਜਿਨ੍ਹਾਂ ਵਿੱਚੋਂ ਤਕਰੀਬਨ 10 ਤੋਂ 12 ਜਥੇਬੰਦੀਆਂ ਸਿਰਫ 6 ਮਹੀਨੇ ਪੁਰਾਣੀਆਂ ਨੇ ਰਜਿਸਟਰਡ ਹੋਈਆਂ। ਇਹਦੇ ਤੋਂ ਤੁਸੀਂ ਕੀ ਅੰਦਾਜ਼ਾ ਲਾਉਣਾ ਇਹ ਤੁਸੀਂ ਆਪ ਲਾ ਸਕਦੇ ਹੋ। ਬਹੁਤ ਸਾਰੀਆਂ ਨਵੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵਿੱਚ ਐਡ ਕੀਤਾ ਗਿਆ ਤੇ ਉਹ 30 ਬਣ ਗਈਆਂ। ਤੇ ਜਿਹੜੀ ਹਰਿਆਣੇ ਦੀ ਇੱਕੋ ਹੀ ਜਥੇਬੰਦੀ ਜਿਹਦੀ ਅਗਵਾਈ ਗੁਰਨਾਮ ਸਿੰਘ ਚੜੂਨੀ ਕਰਦੇ, ਉਗਰਾਹਾਂ 30 'ਚ ਹੈ ਹੀ ਨਹੀਂ। ਜਿਹੜੀ ਮਾਝੇ ਦੀ ਸਭ ਤੋਂ ਵੱਡੀ ਜਥੇਬੰਦੀ ਸੀ ਉਹ ਸੀਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਵੀ ਉਹਦੇ ਵਿੱਚ ਨਹੀਂ ਸੀ ਹੈਗੀ। ਸੋ ਅਸੀਂ ਕਿਹਾ ਵੀ ਜਦੋਂ ਕਿਸਾਨ ਮਜ਼ਦੂਰ ਏਕਤਾ ਹੀ ਹੈ ਤੇ ਫਿਰ ਸਾਰਿਆਂ ਨੂੰ ਇਕੱਠਾ ਲੈ ਕੇ ਚੱਲੋ। ਹਰਿਆਣੇ ਦੀ ਨੁਮਾਇੰਦਗੀ ਵੀ ਕਰਾਓ, ਰਾਜਸਥਾਨ ਦੀ ਨੁਮਾਇੰਦਗੀ ਵੀ ਕਰਾਓ, ਸਾਰਿਆਂ ਦੀ ਨੁਮਾਇੰਦਗੀ ਕਰਾਓ। ਪਰ ਉਹ ਦੂਜੇ ਦਿਨ ਉਹ ਨਹੀਂ ਮੰਨੇ। 29 ਤਰੀਕ ਵੀ ਇਸੇ ਤਰ੍ਹਾਂ ਮੀਟਿੰਗ ਦੇ ਦੌਰ ਵਿੱਚ ਲੰਘ ਗਈ ਤੇ ਫਿਰ ਮਜਬੂਰੀ ਬਸ ਸਾਨੂੰ ਰਾਤ ਨੂੰ ਇੱਕ ਥੋੜਾ ਜਿਹਾ ਇੱਕ ਹੋਰ ਪਟਾਕਾ ਪਾਉਣਾ ਪਿਆ। ਉਹ ਇਹ ਸੀ ਕਿ ਬੱਬੂ ਮਾਨ ਆਇਆ, ਇਹਨਾਂ ਨੇ ਉਹਨੂੰ ਸਟੇਜ ਤੇ ਨਹੀਂ ਬੋਲਣ ਦਿੱਤਾ ਤੇ ਨਾ ਚਾਹੁੰਦਿਆਂ ਹੋਇਆਂ ਵੀ ਸਾਨੂੰ ਬਰਾਬਰ ਇੱਕ ਨਵੀਂ ਸਟੇਜ ਲਾ ਕੇ ਜਿਹੜਾ ਉਹ ਤਕਰੀਬਨ 4 ਤੋਂ 5 ਘੰਟੇ ਸਟੇਜ ਚਲਾਉਣੀ ਪਈ। ਜਿੱਥੇ ਜੋਗਰਾਜ ਸਿੰਘ ਬੋਲੇ, ਆਪਣਾ ਵੀਰ ਸਿੰਘ ਵੀਰ ਜੀ ਬੋਲੇ, ਡਾਕਟਰ ਪ੍ਰੀਤ ਸਿੰਘ ਉਦੋਕੇ ਦੀ ਅਗਵਾਈ 'ਚ ਤਾਂ ਚਲੋ ਸਾਰੀ ਅਸੀਂ ਕਵਾਇਦ ਸੀਗੀ। ਉਹਦੇ ਨਾਲ ਨਾਲ ਸਰਦਾਰ ਅਜਮੇਰ ਸਿੰਘ ਜਿਹੜੇ ਉੱਗੇ ਆਪਣੇ ਸਿੱਖ ਚਿੰਤਕ ਨੇ ਉਹ ਵੀ ਬੋਲੇ ਉੱਥੇ। ਸੋ ਰਾਜਸਥਾਨ ਹਰਿਆਣਾ ਸਾਰਿਆਂ ਨੂੰ ਨੁਮਾਇੰਦਗੀ ਦੇ ਕੇ ਅਸੀਂ 5 ਘੰਟੇ ਚਲਾਇਆ ਤੇ ਉਹ ਫਿਰ ਸਾਨੂੰ ਅਜਮੇਰ ਸਿੰਘ ਹੋਰਾਂ ਨੂੰ ਵਿੱਚ ਪਾ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਏਦਾਂ ਨਾ ਕਰੋ, ਤੁਸੀਂ ਦੂਜੀ ਸਟੇਜ ਨਾ ਚਲਾਓ। ਅਸੀਂ ਕਿਹਾ ਵੀ ਅਸੀਂ ਤਾਂ ਦੂਜੀ ਸਟੇਜ ਚਲਾਉਣਾ ਹੀ ਨਹੀਂ ਚਾਹੁੰਦੇ, ਸਾਡਾ ਤਾਂ ਨਾਂ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਅਸੀਂ ਤਾਂ ਅਲਾਇੰਸ ਕਰਦੇ ਹਾਂ, ਸਾਡਾ ਕੋਈ ਮਕਸਦ ਨਹੀਂ ਹੈਗਾ ਦੂਜੀ ਪੈਰਲਲ ਸਟੇਜ ਚਲਾਉਣ ਦਾ। ਪਰ ਤੁਸੀਂ ਜਿਹੜੀਆਂ ਨੀਤੀਆਂ ਸਾਨੂੰ ਸਮਝਾ ਰਹੇ ਹੋ ਜਾਂ ਜਿਹੜੀ ਤੁਸੀਂ ਏਦਾਂ ਇਹਨੂੰ ਨਹੀਂ ਬੋਲਣ ਦੇਣਾ, ਉਹਨੂੰ ਨਹੀਂ ਬੋਲਣ ਦੇਣਾ, ਉਹ ਨਹੀਂ ਬੋਲ ਸਕਦੇ। ਵੀ ਬੱਬੂ ਮਾਨ ਤਾਂ ਕੋਈ ਖਾਲਿਸਤਾਨੀ ਨਹੀਂ ਹੈਗਾ, ਬੱਬੂ ਮਾਨ ਨੂੰ ਨਾਮ ਲਾਉਣ ਦਾ ਕਾਰਨ ਦੱਸੋ। ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਸੌਰੀ ਮੰਗਦੇ ਇਸ ਗੱਲ ਤੇ ਵੀ ਸਾਡੇ ਤੋਂ ਗਲਤੀ ਹੋਈ। ਅਸੀਂ ਕਿਹਾ ਵੀ ਠੀਕ ਹੈ ਜੀ, ਅਸੀਂ ਬਰਾਬਰ ਸਟੇਜ ਲਾਈ, ਅਸੀਂ ਵੀ ਮਾਫੀ ਮੰਗਦੇ ਹਾਂ, ਬਟ ਇਹ ਹੈ ਵੀ ਇਹਨੂੰ ਸਾਂਝੇ ਤੌਰ ਤੇ ਚਲਾਇਆ ਜਾਵੇ। ਤੁਸੀਂ ਭਾਰਤ ਮਾਤਾ ਕੀ ਜੈ ਨਹੀਂ ਕਹਿਣਾ, ਚਲੋ ਅਸੀਂ ਅਵੋਇਡ ਕਰਾਂਗੇ ਵੀ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਜਿਹੜਾ ਕਿਸਾਨੀ ਸੰਘਰਸ਼ ਹੈ ਇਹਦੇ ਵਿੱਚ ਇਸ ਗੱਲ ਦਾ ਨਾਰਾ ਨਾ। ਸੋ ਏਦਾਂ ਕਰਕੇ ਇਹ ਸਾਰੀ ਦੀ ਸਾਰੀ ਜਿਹੜੀ ਹੈ ਉਹ
ਮਤਲਬ ਸਾਡਾ ਸਫ਼ਰ ਰਿਹਾ। ਉਸ ਤੋਂ ਬਾਅਦ ਉਹ ਸਟੇਜ ਸ਼ੁਰੂ ਹੋਈ, ਚਲੋ ਫਿਰ ਵੀ ਤੁਸੀਂ ਦੇਖਿਆ ਮੀਡੀਆ ਵਿੱਚ ਨਿਸ਼ਾਨਾਂ ਦੇ ਖਿਲਾਫ, ਸਿੰਘਾਂ ਨਿਹੰਗ ਸਿੰਘਾਂ ਦੇ ਖਿਲਾਫ ਜਾਂ ਜਕਾਰਿਆਂ ਦੇ ਖਿਲਾਫ ਬਹੁਤ ਸਾਰੀਆਂ ਆਵਾਜ਼ਾਂ ਉਸ ਸਟੇਜ ਤੋਂ ਆਉਂਦੀਆਂ ਰਹੀਆਂ। ਡਾਕਟਰ ਸੁਖਬੀਰ ਸਿੰਘ ਉਦੋਕੇ ਦੇ ਬਾਈ ਨੇਮ, ਹੋਰ ਸਾਡੇ ਸਿੱਖ ਵਿਦਵਾਨਾਂ ਦੇ ਬਾਈ ਨੇਮ ਉੱਥੋਂ ਗੱਲਬਾਤ ਹੁੰਦੀ ਰਹੀ। ਪਰ ਅਸੀਂ ਸਾਰੇ ਇਸ ਗੱਲ ਤੇ ਚੁੱਪ ਰਹੇ ਵੀ ਚਲੋ ਸਾਡਾ ਮਕਸਦ ਜਿਹੜਾ ਉਸ ਸੰਘਰਸ਼ ਨੂੰ ਇੱਦਾਂ ਕਰਨਾ ਨਹੀਂ ਹੈ, ਤੇ ਅਜੇ ਤੱਕ ਵੀ ਚੁੱਪ ਆ। ਔਰ ਸੰਘਰਸ਼ ਜਿਹੜਾ ਉਹ ਪਿਛਲੇ ਬੰਨੇ ਬੜੀ ਚੜ੍ਹਦੀ ਕਲਾ ਦੇ ਨਾਲ ਅਸੀਂ ਫੀਲ ਕੀਤਾ। ਲੰਗਰ ਲੱਗੇ, ਬਹੁਤ ਵੱਡੀ ਤਾਦਾਦ ਸਿੱਖ ਸੰਸਥਾਵਾਂ, ਕਾਰ ਸੇਵਾ ਵਾਲੇ ਬਾਬੇ ਸਾਰਿਆਂ ਨੇ ਰਲ ਮਿਲ ਕੇ, ਖਾਲਸਾ ਏਡ ਨੇ, ਯੂਨਾਈਟਿਡ ਸਿੱਖਸ ਨੇ, ਜਿੰਨੀਆਂ ਵੀ ਸਿੱਖ ਸੰਸਥਾਵਾਂ ਇੰਟਰਨੈਸ਼ਨਲੀ ਆਪਰੇਟ ਕਰਦੀਆਂ ਉਹਨਾਂ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਹਨੂੰ ਪੀਕ ਤੇ ਪਹੁੰਚਾਇਆ। ਹੁਣ ਇਹ ਦਾਖਲ, ਇਹ ਬਿਲਕੁਲ ਕੰਪਲੀਟ ਸੀਗਾ, ਇਹਦੇ ਵਿੱਚ ਕੋਈ ਨੁਕਸ ਨਹੀਂ ਸੀ, ਸਾਰੇ ਬੰਨਿਆਂ ਤੋਂ ਪ੍ਰੈਸ਼ਰ ਬਰਾਬਰ ਸੀਗਾ। ਇੰਟਰਨੈਸ਼ਨਲ ਮੀਡੀਆ ਇਹਦੀ ਗੱਲ ਕਰ ਰਿਹਾ ਸੀਗਾ, BBC ਡੇਲੀ ਰਿਪੋਰਟਿੰਗ ਕਰ ਰਿਹਾ, ਅਲ ਜਜ਼ੀਰਾ ਰਿਪੋਰਟਿੰਗ ਕਰ ਰਿਹਾ ਸੀਗਾ। ਸੋ ਹੋਰ ਇੰਟਰਨੈਸ਼ਨਲ ਲੈਵਲ ਦੇ ਬਹੁਤ ਸਾਰੇ ਅਦਾਰੇ ਜਿਹੜੇ ਹੈ, ਦਾ ਵਾਇਰ, ਉਹ ਬਹੁਤ ਸਾਰੇ ਅਦਾਰੇ ਜਿਹੜੇ ਸੀਗੇ ਉਹ ਰਿਪੋਰਟਿੰਗ ਕਰ ਰਹੇ ਸੀ, ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹਨੂੰ ਵੱਡੀ ਥਾਂ ਮਿਲ ਚੁੱਕੀ ਸੀ ਇਸ ਸੰਘਰਸ਼ ਨੂੰ। ਔਰ ਇਹਦੀ ਖੂਬਸੂਰਤੀ ਜਿਹੜੀ ਸਭ ਤੋਂ ਵੱਡੀ ਆ ਰਹੀ ਸੀ ਕਿ ਇੰਨਾ ਲੰਬਾ ਹੋਣ ਦੇ ਬਾਵਜੂਦ ਵੀ, ਇੰਨਾ ਵੱਡਾ ਹੋਣ ਦੇ ਬਾਵਜੂਦ ਵੀ ਇਹ ਸ਼ਾਂਤਮਈ ਰਿਹਾ, ਕੋਈ ਵਾਇਲੈਂਸ ਨਹੀਂ। ਇਹ ਬੜੀ ਵੱਡੀ, ਸਾਰਾ ਸ਼ਾਂਤਮਈ ਸੀਗਾ। ਇਹ ਔਰ ਸਭ ਤੋਂ ਵੱਡੀ ਗੱਲ ਮੈਂ ਇੱਕ ਚੀਜ਼ ਤੁਹਾਨੂੰ ਐਡ ਕਰਨੀ ਚਾਹੁੰਦਾ ਇਹਦੇ ਵਿੱਚ ਵੀ, ਜਿੱਥੇ ਕੁੰਡਲੀ ਬਾਰਡਰ ਦੇ ਉੱਤੇ ਸੰਘਰਸ਼ ਚੱਲ ਰਿਹਾ, ਉਹਦੇ ਸਟੇਜ ਤੋਂ ਪਿੱਛੇ ਨੂੰ ਆਈਏ ਤਾਂ ਤਕਰੀਬਨ 1.5 ਤੋਂ 2 ਕਿਲੋਮੀਟਰ, ਕਾਫਲਾ ਤਾਂ 5, 7, 10 ਕਿਲੋਮੀਟਰ ਦਾ ਹੈ, ਸਿਰਫ 1.5 ਕਿਲੋਮੀਟਰ ਇੱਕ ਨਾ ਸੱਜੇ ਹੱਥ ਵਾਲੇ ਬੰਨੇ, ਜੇ ਇਧਰੋਂ ਦਿੱਲੀ ਵੱਲ ਨੂੰ ਵੇਖਾਂਗੇ ਪੰਜਾਬ ਵੱਲੋਂ, ਸੱਜੇ ਹੱਥ ਵਾਲੇ ਬੰਨੇ ਕੋਈ ਫੈਕਟਰੀ ਹੈ ਜਿਹਦੇ ਚ 150 ਤੋਂ ਪੌਣੇ 200 ਕੁੜੀ ਜਿਹੜੀ ਹੈ ਉਹ ਕੰਮ ਕਰਦੀ ਹੈ ਉਹਦੇ ਚ। ਮੈਨੂੰ ਪਤਾ ਨਹੀਂ ਹੈ ਕਾਹਦੀ ਫੈਕਟਰੀ ਹੈ, ਬਟ ਮੈਂ ਅਕਸਰ ਸਵੇਰੇ ਉਹਨਾਂ ਨੂੰ ਜਾਂਦਿਆਂ ਤੇ ਸ਼ਾਮ ਨੂੰ ਉੱਥੋਂ ਨਿਕਲਦਿਆਂ ਵੇਖ। ਇਸ ਸੰਘਰਸ਼ ਦੀ, ਇਹ ਪੰਜਾਬ ਦੀ, ਇਹ ਗੁਰੂਆਂ ਦੇ ਦਿੱਤੇ ਜਿਹੜੇ ਸਾਡੇ ਸਿਧਾਂਤ ਨੇ, ਉਹਨਾਂ ਦਾ ਇੱਕ ਕਿਰਦਾਰ ਹੈ ਜਿਹੜਾ ਸੰਘਰਸ਼ ਵਿੱਚ ਇਹ ਹੋਇਆ ਵੀ ਉਹ ਲੰਘਦੀਆਂ ਹੋਈਆਂ ਸਾਡੀਆਂ ਹਰਿਆਣੇ ਦੀਆਂ ਧੀਆਂ ਭੈਣਾਂ ਵੱਲ ਕਿਸੇ ਨੇ ਅੱਖ ਚੱਕ ਕੇ ਨਹੀਂ, ਜਾਂ ਉਹਨਾਂ ਨੇ ਕਦੀ ਇਸ ਗੱਲ ਦਾ ਗਿਲਾ ਨਹੀਂ ਕੀਤਾ ਵੀ ਅਸੀਂ ਲੰਘ ਰਹੀਆਂ ਸੀ ਤੇ ਸਾਨੂੰ ਕਿਸੇ ਨੇ ਟਾਉਣੀ। ਉਹ ਡੇਲੀ, ਅੱਜ 47 50 ਦਿਨ ਹੋ ਚੱਲੇ, ਅੱਜ ਤੱਕ ਇਹ ਕੋਈ ਗੜਬੜ ਨਹੀਂ ਹੋਈ। ਮੈਂ ਇੱਕ ਪੋਸਟ ਵੀ ਸ਼ਾਇਦ ਸ਼ੇਅਰ ਕੀਤੀ ਸੀ, ਇੱਕ ਬੰਦਾ ਆਂਡਿਆਂ ਦੀ ਰੇਹੜੀ ਲਾ ਕੇ ਬੈਠਾ, ਮੈਂ ਸਪੈਸ਼ਲੀ ਉਹਦੇ ਕੋਲ ਗਿਆ, ਉਹਨੂੰ ਜਾ ਕੇ ਪੁੱਛਿਆ, ਯਾਰ ਤੇਰੇ ਕਿਸੇ ਨੇ ਪੈਸੇ ਤੇ ਨਹੀਂ ਮਾਰੇ, ਤੇਰੀ ਰੇਹੜੀ ਤੋਂ ਕਿਸੇ ਨੇ ਆਂਡਾ ਤੇ ਨਹੀਂ ਚੱਕਿਆ? ਉਹਦੀ ਵਾਈਫ ਉਹਦੇ ਨਾਲ ਖੜ ਕੇ, ਜਿਹੜਾ ਤਸਵੀਰ ਦੇ ਵਿੱਚ ਵੀ ਇਦਾਂ ਸੀ ਵੀ ਉਹਦੀ ਵਾਈਫ ਉਹਦੇ ਨਾਲ ਖੜੀ ਸੀ। ਸੋ ਉਹਨੇ ਕਿਹਾ ਵੀ ਮੈਨੂੰ ਮੇਰਾ ਨਾਂ ਆ ਵਾ, ਮੈਨੂੰ ਕਿਸੇ ਨੇ ਆ ਮੇਰੀ ਲੋਕੇਸ਼ਨ ਜਿੱਥੇ ਉਹ ਰੇਹੜੀ ਲਾਉਂਦਾ ਸੀ, ਉਹਨੇ ਕਿਹਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ। ਸੋ ਹੋਇਆ ਕਿ ਉੱਥੇ ਛੋਟੇ ਛੋਟੇ ਵੀਰ ਜੀ ਬਾਜ਼ਾਰ ਲੱਗੇ ਹੋਏ, ਕੋਈ ਆਪਣੀਆਂ ਟੋਪੀਆਂ, ਮਤਲਬ ਟੋਪੀਆਂ ਵੇਚ ਰਿਹਾ, ਕੋਈ ਬੈਲਟਾਂ ਵੇਚ ਰਿਹਾ, ਕੋਈ ਛੋਟੇ ਛੋਟੇ ਇਦਾਂ ਕਰਕੇ ਜੈਕਟਾਂ ਜਿਹੜੀਆਂ ਆਪਾਂ ਕਿਸਾਨੀ ਜੈਕਟਾਂ ਵੇਚ ਰਿਹਾ। ਸੋ ਲੋਕਾਂ ਨੇ ਬਾਜ਼ਾਰ ਲਾਏ ਹੋਏ ਨੇ, ਕਿਸੇ ਦੇ ਮਨ 'ਚ ਕੋਈ ਡਰ ਜਾਂ ਭੈ ਜਾਂ ਏਦਾਂ ਨਹੀਂ ਸੀ। ਜਿਹੜਾ BJP ਦੀ ਪੰਜਾਬ ਦੀ ਸਾਰੀ ਲੁੰਗ ਲਾਣਾ ਜਾ ਕੇ ਕਹਿ ਰਹੀ ਹੈ ਉਹਨੂੰ, ਆਪਣੇ ਨੂੰ, ਕੀ ਉਹਦਾ ਨਾਂ, ਰਾਜਪਾਲ ਨੂੰ, ਕਿ ਅਮਨ ਕਾਨੂੰਨ ਨੂੰ ਖਤਰਾ ਹੋ ਗਿਆ। ਉਹ ਪੰਜਾਬ 'ਚ ਕਿਹੜੇ ਅਮਨ ਕਾਨੂੰਨ ਨੂੰ ਖਤਰਾ? ਜਿੱਥੇ ਅਸੀਂ ਮੈਦਾਨੇ ਜੰਗ ਵਿੱਚ ਆ, ਉੱਥੇ ਅਸੀਂ 100 200 ਧੀਆਂ ਭੈਣਾਂ ਸਾਡੇ ਲਾਗੇ ਫੈਕਟਰੀ 'ਚ ਕੰਮ ਕਰ ਰਹੀਆਂ ਨੇ, ਕਿਸੇ ਦੀ ਰੇਹੜੀ ਤੋਂ ਮੂੰਗਫਲੀ ਦੀ ਮੁੱਠੀ ਨਹੀਂ ਚੱਕੀ ਗਈ। ਕਿਸੇ ਨੇ ਮੀਡੀਆ 'ਚ ਕਿਹਾ, ਤੁਸੀਂ ਦੇਖੋ ਸਾਰਾ ਟੋਟਲ ਗੋਦੀ ਮੀਡੀਆ ਸਾਡੇ ਅਗੇਂਸਟ ਹੈ, ਇੱਕ ਮੁੱਠ ਰੇਹੜੀ ਤੋਂ ਮੂੰਗਫਲੀ ਵੀ ਚੱਕੀ ਜਾਂਦੀ ਤੇ ਪਤੰਦਰ ਸਾਨੂੰ ਚੋਰ ਬਣਾ ਦੇ। ਹਾਂ, ਮਤਲਬ ਪਿਛਲੇ ਵੀ ਇਹਨਾਂ ਦੀ ਨਿਊਜ਼ ਹੈ, ਕਿਸਾਨ ਬਦਾਮ ਖਾ ਰਹੇ ਨੇ, ਇਹ ਵੀ ਇਹਨਾਂ ਦੀ ਨੈਗੇਟਿਵ ਨਿਊਜ਼ ਹੈ, ਕਿਸਾਨ ਦੁੱਧ ਪੀ ਰਹੇ ਨੇ, ਇਹ ਵੀ ਨੈਗੇਟਿਵ ਨਿਊਜ਼ ਹੈ। ਮਤਲਬ ਇਹਨਾਂ ਨੇ ਤਾਂ ਹਰ ਜਿਹੜੀ ਚੜ੍ਹਦੀ ਕਲਾ ਵਾਲੀ ਗੱਲ ਸੀ ਉਹਨੂੰ ਨੈਗੇਟਿਵ ਪੱਖੋਂ ਹੀ ਦਿਖਾਇਆ। ਮਤਲਬ ਯਾਂ ਇਹਨਾਂ ਕੋਲ ਦੇਖ ਕੇ ਬਰਦਾਸ਼ਤ ਨਹੀਂ ਹੋ ਰਿਹਾ ਕਿ ਕੋਈ ਇੰਨੀ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਵੀ ਇੱਕ ਸਰਕਾਰਾਂ ਦੇ ਖਿਲਾਫ ਸੰਘਰਸ਼ ਕਿਵੇਂ ਕਰ ਸਕਦਾ ਵੇ। ਇਹ ਗੱਲ ਇਹਨਾਂ ਨੂੰ ਬਹੁਤ ਕਿਧਰੇ ਜਾ ਕੇ ਇਹਨਾਂ ਦੇ ਚੁੱਭੀ ਹੈ ਵੀਰੇ, ਕਿਉਂਕਿ ਪੰਜਾਬ ਨੇ ਆਪਣਾ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਗੋਦੀ ਮੀਡੀਆ ਇਹ ਦਿਮਾਗ 'ਚ ਬਿਠਾ ਕੇ ਬੈਠਾ ਹੈ। ਪਹਿਲਾਂ ਜਿੱਦਾਂ ਉਹ ਟੈਕਲ ਕਰਦਾ ਸੀ ਵੀ ਬਿਹਾਰ ਤੋਂ, ਯੂਪੀ ਤੋਂ, ਹਨਾ, ਤਾਮਿਲਨਾਡੂ ਤੋਂ ਵਿਚਾਰੇ ਗਰੀਬ ਜਿਹੇ ਕਿਸਾਨ ਆਉਂਦੇ ਸੀਗੇ, ਉਹ ਵਿਚਾਰੇ ਆਪਣੇ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੰਗਰ ਜਾਂਦਾ ਸੀ, ਉੱਥੇ ਉਹ ਵਿਚਾਰੇ ਨੰਗੇ ਧੜ ਲੜ ਕੇ, ਨਾਰੇ ਨੂਰੇ ਲਾ ਕੇ ਲੰਗਰ ਖਾ ਕੇ ਤੁਰ ਜਾਂਦੇ ਸੀ। ਇਹ ਉਸ ਵੇਲੇ ਦੇ ਗਿੱਜੇ ਆ, ਇਹਨਾਂ ਦਾ ਪੰਜਾਬ ਨਾਲ ਪਾਲਾ ਨਹੀਂ ਪਿਆ। ਦਿਸ ਇਜ਼ ਦਾ ਫਸਟ ਟਾਈਮ ਕਿ ਇਸ ਵਾਰੀ ਭਾਈ ਗੱਲ, ਮੈਂ ਕਹਿੰਦਾ ਜੀ, ਅਮੀਰ ਤੇ ਗਰੀਬ ਕਿਸਾਨ ਦਾ ਮਸਲਾ ਹੀ ਨਹੀਂ ਹੈਗਾ। ਮਸਲਾ ਹੀ ਨਹੀਂ। ਕਿਸਾਨ ਦੇ ਕੋਲ ਮਰਸੀਡੀਜ਼ ਹੈ, ਕਿਸਾਨ ਦੇ ਕੋਲ ਬੀਮਰ ਹੈ, ਜਾਂ ਕਿਸਾਨ ਦੇ ਕੋਲ ਹੋਰ ਵੱਡੀਆਂ ਗੱਡੀਆਂ ਨੇ, ਇਸ ਗੱਲ ਦਾ ਰੌਲਾ ਹੀ ਨਹੀਂ। ਰੌਲਾ ਇਸ ਗੱਲ ਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹਦੇ ਨਾਲ ਦੇਸ਼ ਵਿਕ ਰਿਹਾ ਕਿ ਨਹੀਂ ਵਿਕ ਰਿਹਾ, ਉਹਦੇ ਨਾਲ ਤੁਸੀਂ ਦੇਸ਼ ਭਗਤੀ। ਮੈਂ ਤਾਂ ਕੱਲ ਇੱਕ ਚੈਨਲ ਨੂੰ ਇੱਥੋਂ ਤੱਕ ਕਹਿਤਾ, ਮੈਂ ਕਿਹਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਕੀ ਗੋਹਾ ਖਾਣਾ ਤੇ ਮੂਤ ਪੀਣਾ ਹੀ ਰਾਸ਼ਟਰਵਾਦੀ ਹੁੰਦਾ? ਤੁਸੀਂ ਯਾਰ ਸਾਨੂੰ ਤਾਂ ਨਾ ਸਮਝਾਓ। ਪੰਜਾਬ ਦੇ ਵਿੱਚ ਹਰ ਮਹੀਨੇ 2 ਤੋਂ 5 ਜਿਹੜੀਆਂ ਲਾਸ਼ਾਂ ਸਾਡੇ ਸਰਹੱਦਾਂ ਤੇ ਮਾਰੇ ਨੌਜਵਾਨਾਂ ਦੀਆਂ ਪੰਜਾਬ 'ਚ ਆਉਂਦੀਆਂ ਨੇ, ਤੁਸੀਂ ਸਾਨੂੰ ਸਮਝਾਓਗੇ ਕਿ ਰਾਸ਼ਟਰਵਾਦ ਕੀ ਹੁੰਦਾ? ਅਸੀਂ ਕੋਈ ਕਿਸੇ ਰਾਸ਼ਟਰਵਾਦ, ਸਾਡਾ ਪੰਥ, ਸਾਡਾ ਸਿਸਟਮ, ਅਸੀਂ ਮਾਤਾ ਧਰਤ ਮਹੱਤ ਦੇ ਕਨਸੈਪਟ ਵਾਲੇ ਹਾਂ, ਸਾਡਾ ਕੋਈ ਰਾਸ਼ਟਰਵਾਦ ਨਾਲ ਲੈਣ ਦੇਣ ਨਹੀਂ। ਪਰ ਮਸਲਾ ਇਹ ਹੈ ਵੀ ਜਦੋਂ ਸਾਡੇ ਨੌਜਵਾਨ ਮਰ ਰਹੇ ਨੇ, ਸਾਡੇ ਬਜ਼ੁਰਗ ਧਰਨਿਆਂ ਤੇ ਬੈਠੇ ਨੇ, ਅਸੀਂ
ਅਸੀਂ ਤੁਹਾਡੇ ਤੋਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਾਂ, ਤਾਂ ਤੁਸੀਂ ਯਾਰ ਸਾਨੂੰ ਤਾਂ ਨਾ ਸਮਝਾਓ ਵੀ ਰਾਸ਼ਟਰਵਾਦ ਕੀ ਹੁੰਦਾ। ਸੋ ਮਸਲਾ ਇਸ ਗੱਲ ਦਾ ਜੀ ਵੀ ਇਹਨਾਂ ਦਾ ਰਾਸ਼ਟਰਵਾਦ ਸਿਰਫ ਗੋਏ ਤੇ ਮੂਦ ਪੀਣ ਤੱਕ ਸੀਗਾ। ਇਹਨਾਂ ਦਾ ਕੋਈ ਰਾਸ਼ਟਰਵਾਦ ਇਸ ਦੇਸ਼ ਨਾਲ ਲੈਣਾ ਦੇਣਾ ਨਹੀਂ ਹੈ। ਦੇਸ਼ ਦੀ ਸਾਰੀ GDP, ਜਿੰਨੇ ਕਾਰਪੋਰੇਟ ਸੈਕਟਰ ਸੀ, ਉਹਨੂੰ ਸਾਰਾ ਪੈਸਾ ਲੁਟਾਤਾ, GDP ਮਾਈਨਸ ਚਲੇਗੀ, ਸਾਰਾ ਪੱਠਾ ਗੁੱਲ ਹੋ ਗਿਆ, ਦੇਸ਼ ਦੀ ਆਰਥਿਕਤਾ ਖਤਮ ਹੋ ਗਈ। ਆਖਰੀ ਕਾਰਡ ਜਿਹੜੀ ਸੀ ਨਾ, ਜਿਹੜੀ ਆਖਰੀ ਜਿਵੇਂ ਕਹਿੰਦੇ ਗਲੂਕੋਸ ਮਿਲ ਰਿਹਾ ਸੀ, ਤੇ ਉਹ ਮਿਲ ਰਿਹਾ ਸੀ ਕਿਸਾਨੀ ਤੋਂ, ਕਿ GDP ਨੂੰ ਜੇ ਮਾੜਾ ਮੋਟਾ ਸਹਾਰਾ ਮਿਲ ਰਿਹਾ ਸੀ ਤੇ ਉਹ ਮਿਲ ਰਿਹਾ ਸੀ ਫਾਰਮਿੰਗ ਸੈਕਟਰ। ਇਸ ਸਾਰੇ ਦੇ ਵਿੱਚ ਅਗਰ ਕਿਧਰੋਂ ਇਕਨੋਮੀ ਖੜੀ ਹੋਈ ਸੀ, ਡਿੱਗਣ ਤੋਂ ਬਚੀ ਹੋਈ ਸੀ, ਉਹ ਸਿਰਫ ਕਿਸਾਨਾਂ ਕਰਕੇ ਬਚੀ ਹੋਈ ਸੀ। ਤੇ ਇਹਨਾਂ ਦੀ ਨਿਗਾਹ ਉੱਤੇ ਸੀਗਾ ਕਿ ਜਿੱਥੇ ਸਾਰੀ ਦੁਨੀਆ 'ਚ ਨਹੀਂ ਪ੍ਰੋਬਲਮ ਦੇ ਆਉਣ ਤੋਂ ਬਾਅਦ, ਸਾਰੇ ਧੰਦਿਆਂ ਦੇ ਬੰਦ ਹੋਣ ਤੋਂ ਬਾਅਦ, ਅਗਰ ਇੱਕ ਧੰਦਾ ਆਪਣੀ ਮਿਹਨਤ ਦੇ ਸਦਕਾ ਕਾਇਮ ਹੈ ਤੇ ਉਹ ਕਿਸਾਨੀ ਹੈ, ਤੇ ਉਸ ਤੇ ਵੀ ਆਪਣੀ ਕਬਜ਼ਾ ਕਰ ਲਿੱਤਾ ਜਾਵੇ। ਵੇਖੋ ਇੱਕ ਗੱਲ ਵੀ ਜੀ ਨਾਲ ਮੈਂ ਜੋੜਦਿਆਂ ਐਡ ਕਰਦਿਆਂ, ਵੇਖੋ ਆਉਣ ਵਾਲੇ ਸਮੇਂ 'ਚ ਤੁਸੀਂ ਬਾਹਰ ਬੈਠੇ ਹੋ, UK 'ਚ ਬੈਠੇ ਹੋ, ਤੁਹਾਨੂੰ ਇਹ ਗੱਲ ਜ਼ਿਆਦਾ ਸੌਖੀ ਤੁਹਾਡੀ ਆਡੀਅנס ਨੂੰ ਸਮਝ ਲੱਗੇਗੀ। ਰਿਲਾਇੰਸ ਦਾ ਸਾਰਾ ਕਾਰੋਬਾਰ ਹੈਗਾ ਵਾ ਤੇਲ ਦੇ ਆਸੇ, ਕਿਉਂਕਿ ਉਹਨਾਂ ਕੋਲ ਰਿਫਾਈਨਰੀ ਆ। ਉਹ ਇੰਡੀਅਨ ਆਇਲ ਤੇ ਦੂਜਿਆਂ ਨੂੰ ਵੀ ਇੰਡੀਅਨ ਸਿਸਟਮ ਦੇ ਜਿੰਨੇ ਵੀ ਵੱਡੇ ਪੰਪ ਨੇ ਉਹ ਹੀ ਸਪਲਾਈ ਕਰਦੇ। ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਤੇਲ ਤੇ ਚੱਲਣ ਵਾਲੀਆਂ ਗੱਡੀਆਂ, ਉਹ ਕੰਮ ਸਿਰਫ 5 ਸਾਲਾਂ ਤੱਕ ਸੀਮਿਤ ਰਹਿ ਗਿਆ। 5 ਸਾਲਾਂ ਨੂੰ ਕੋਈ ਗੱਡੀ ਤੇਲ ਤੇ ਨਹੀਂ ਚੱਲ, ਇਹ ਤੁਹਾਨੂੰ ਸਭ ਨੂੰ ਆਪਾਂ ਨੂੰ ਪਤਾ ਲੱਗ। ਬਿਲਕੁਲ। ਹੁਣ ਜਦੋਂ 5 ਸਾਲਾਂ ਨੂੰ ਕੋਈ ਗੱਡੀ ਤੇਲ ਤੇ ਚੱਲਣੀ ਨਹੀਂ, ਤੇਲ ਵਿਕਣਾ ਬੰਦ ਹੋ ਜਾਣਾ, ਤੇ ਇਹਨਾਂ ਦੀ ਰੋਟੀ ਪਾਣੀ ਤੇ ਹੋ ਜਾਣਾ ਖਤਮ। ਇਹਨਾਂ ਨੇ ਪਲੈਨਿੰਗ ਕੀਤੀ ਵੀ ਕਿਉਂ ਨਾ ਅਸੀਂ ਇੱਥੋਂ ਸਾਰਾ ਦਾ ਸਾਰਾ ਸਿਸਟਮ ਸ਼ਿਫਟ ਕਰਕੇ ਸਿੱਧਾ ਦਾ ਸਿੱਧਾ ਜਿਹੜਾ ਉਹ ਕਿਸਾਨੀ ਜਿਹੜੀ ਚੀਜ਼ਾਂ, ਫਸਲਾਂ, ਕਿਉਂਕਿ ਬਾਰ-ਬਾਰ ਲੋਕੀ ਸਾਨੂੰ ਸਵਾਲ ਪੁੱਛ ਰਹੇ ਯਾਰ ਅੰਬਾਨੀ ਡਾਨੀ ਵਿੱਚ ਕਿੱਥੋਂ ਆ ਗਏ। ਮੈਨੂੰ ਕੱਲ ਵੀ ਮੀਡੀਆ ਕਹਿੰਦਾ, ਇਹਨਾਂ ਦਾ ਮੀਡੀਆ ਵੀ ਪਿੱਟਦਾ, ਯਾਰ ਅੰਬਾਨੀ ਡਾਨੀ ਨਾਲ ਕੀ ਵੈਰ ਹੈ। ਅੰਬਾਨੀ ਡਾਨੀ ਨਾਲ ਵੈਰ ਨਹੀਂ ਹੈ, ਵੈਰ ਹੈ ਕਾਰਪੋਰੇਟ ਸੈਕਟਰ। 2018 ਦੇ ਵਿੱਚ UNO ਨੇ ਇੱਕ ਚਾਰਟਰ ਦਿੱਤਾ ਫਾਰਮਿੰਗ ਦੇ ਉੱਤੇ। ਇਹ ਮੈਨੂੰ ਸਮਝ ਨਹੀਂ ਲੱਗਦੀ, ਉਦਾਂ ਕਹਿੰਦੇ ਬੜੇ ਪੜ੍ਹੇ ਆ, ਇਹ ਕਿੱਥੇ ਇਹਨਾਂ ਦੀਆਂ ਪੜ੍ਹਾਈਆਂ ਦੀ, ਇਹ ਵਾਕਈ ਉਹ ਡਿਗਰੀਆਂ ਜਾਲੀ ਹੈ, ਪੜ੍ਹਦੇ ਹੈ ਨਹੀਂ। 2018 ਚ UNO ਦਾ ਚਾਰਟਰ ਹੈ ਇਸ ਗੱਲ ਦੇ ਲਈ ਕਿ ਭਾਈ ਜਿਹੜੀ ਕਿਸਾਨੀ ਸਿਸਟਮ ਹੈ ਉਹਨੂੰ ਕਾਰਪੋਰੇਟ ਸੈਕਟਰ ਦੇ ਨਾਲ ਨਹੀਂ ਜੋੜਿਆ ਜਾਵੇ। ਜੇ ਉਹਦਾ ਵਨ ਲਾਈਨ ਸੈਂਟਰਲ ਆਈਡੀਆ ਕੱਢਾ, ਕਿਉਂਕਿ ਕਾਰਪੋਰੇਟ ਸੈਕਟਰ ਦਾ ਕੰਮ ਹੈ ਮੁਨਾਫਾ। ਕਿਸਾਨ ਬੇਸਿਕਲੀ ਇੱਕ ਮੈਨੂਫੈਕਚਰਰ ਹੈ, ਉਹ ਪੂਰੇ ਦੇ ਪੂਰੇ ਸਿਸਟਮ ਨੂੰ ਉਹ ਉਗਾਊਗਾ ਨਹੀਂ ਤੇ ਗੱਡੀ ਚੱਲੇਗੀ ਕਿ ਪੀਜ਼ੇ ਪਲਾਸਟਿਕ ਦੇ ਨਹੀਂ ਹੁੰਦੇ, ਉਹ ਵੀ ਤਾਂ ਕਣਕ ਦੇ ਹੀ ਬਣਦੇ ਨੇ। ਐਂਡ ਆਫ ਦਾ ਡੇ ਹਰ ਰਸੋਈ ਵਿੱਚ ਵਰਤੀ ਜਾਣ ਵਾਲੀ ਚੀਜ਼ ਲੋਨ ਨੂੰ ਛੱਡ ਕੇ ਬਾਕੀ ਸਾਰੀ ਕਿਸਾਨੀ ਨਾਲ ਰਿਲੇਟਡ। ਸੋ ਇਹਨਾਂ ਨੇ ਸਿੱਧਾ ਹਮਲਾ ਕੀਤਾ ਰਸੋਈ 'ਚ। ਭਾਰਤ ਵਿੱਚ ਵਸਦਾ, ਮੈਂ ਇੱਕ ਦਿਨ ਕਿਹਾ ਵੀ ਅੰਬਾਨੀਆਂ ਦੇ ਘਰੇ ਵੀ ਆਟਾ 200 ਰੁਪਏ ਕਿਲੋ ਖਾਣ ਨੂੰ ਤਿਆਰ ਨੇ। ਜਦੋਂ ਲੋਕਾਂ ਨੂੰ 200 ਰੁਪਏ ਕਿਲੋ ਖਵਾਉਣਗੇ ਤੇ ਆਪਦੀ ਰਸੋਈ 'ਚ ਵੀ ਤਾਂ 200 ਰੁਪਏ ਕਿਲੋ ਦੀ ਰੋਟੀ ਖਾਣਗੇ। ਮਸਲਾ ਇਸ ਗੱਲ ਹੈ ਵੀ ਭਾਵੇਂ ਦੁਨੀਆ ਦਾ ਕੋਈ ਕਰੋੜਪਤੀ ਹੈ, ਭਾਵੇਂ ਕੋਈ ਵਿਚਾਰਾ ਝੁੱਗੀ 'ਚ ਬੈਠਾ, ਮਸਲਾ ਇਹ ਰੌਲਾ ਕਿਸਾਨੀ ਬਿੱਲਾਂ ਦਾ ਕਿਸਾਨ ਨਾਲੋਂ ਘੱਟ, ਇਹ ਰਸੋਈ ਨਾਲ ਵੱਧ ਹੈ। ਕਿਉਂਕਿ ਜਿਹੜੀ ਰਸੋਈ ਹੈ ਉਹਦੇ ਵਿੱਚ ਜੋ ਕੁਝ ਬਣ ਰਿਹਾ ਉਹ ਕਿਸਾਨ ਬਣਾਉਂਦਾ। ਤੇ ਹੁਣ ਕੀ ਹੋਏਗਾ, ਕਿਸਾਨ ਬਣਾਉਂਦਾ ਸੀ, ਸਰਕਾਰ ਵਪਾਰੀਆਂ ਤੱਕ ਪਹੁੰਚਾਉਂਦੀ ਸੀ ਤੇ ਧਿਆਨ ਰੱਖਦੀ ਸੀ ਕਿ ਫਾਰਮਰ ਦੀ ਜਿਹੜੀ ਕਾਸਟ ਹੈ ਉਹਨੂੰ ਠੇਸ ਨਾ ਪਹੁੰਚੇ। ਤੇ ਇਹ 3 ਬਿੱਲਾਂ ਦੇ ਰਾਹੀਂ ਮੋਦੀ ਨੇ WTO ਦਾ ਅੰਬਾਨੀਆਂ ਦਾ ਪਾਲਤੂ ਜਿਹੜਾ ਹੁੰਦਾ ਨਾ, ਮਤਲਬ ਕਹਿ ਲਓ ਕਿ ਵਕੀਲ ਬਣ ਕੇ ਕਹਿ ਲਓ ਜਾਂ ਕਰਿੰਦਾ ਬਣ ਕੇ, ਨੌਕਰ ਬਣ ਕੇ, ਇਹਨੇ ਇਹ ਚੀਜ਼ ਤੋੜ ਦਿੱਤੀ। ਉਹ ਤੋੜ ਦਿੱਤੀ। ਹੁਣ ਤੁਸੀਂ ਦੇਖੋ, ਤੁਸੀਂ ਇੰਗਲੈਂਡ 'ਚ ਬੈਠੇ ਹੋ, ਮੈਂ 5-7 ਸਾਲ ਆਸਟ੍ਰੇਲੀਆ 'ਚ ਰਿਹਾ, ਤੁਸੀਂ ਅੱਜ ਤੱਕ ਦੱਸੋ ਵੀ ਜਿਹੜੀਆਂ ਡੇਲੀ ਨੀਡਸ ਦੀਆਂ ਚੀਜ਼ਾਂ ਉਹ ਇੱਕ ਵੱਖਰੀ ਕੈਟਾਗਰੀ 'ਚ ਹੈ, ਜਿਹੜੀਆਂ ਲਗਜ਼ਰੀ ਦੀਆਂ ਚੀਜ਼ਾਂ ਉਹ ਵੱਖਰੀ ਕੈਟਾਗਰੀ। ਰਾਈਟ। ਜਦੋਂ ਡੇਲੀ ਨੀਡਸ ਦੀਆਂ ਚੀਜ਼ਾਂ ਦੀ ਗੱਲ ਆਊਗੀ ਤਾਂ ਉਹ ਡਾਲਰ ਪਾਉਂਡ ਤੋਂ ਇੱਧਰ ਉੱਧਰ ਨਹੀਂ ਜਾਂਦੀਆਂ, ਕੋਈ $1.5 ਤੋਂ ਵਧੂਗੀ ਨਹੀਂ ਘਟੂਗੀ ਨਹੀਂ, ਉਹ ਉੱਥੇ ਕ ਰੱਖਦੀ ਆ ਵੀ $1 $1.5 ਇੱਥੇ ਕ ਰੱਖਣਾ। ਦੁੱਧ, ਬ੍ਰੈਡ, ਬਟਰ, ਜਿਹੜੀਆਂ ਜ਼ਰੂਰੀ ਵਸਤਾਂ ਨੇ, ਤੇ ਜਿਹੜੀਆਂ ਸਿਗਰਟਾਂ ਨੇ ਜਾਂ ਜਿਹੜੀਆਂ ਸ਼ਰਾਬਾਂ ਨੇ ਜਾਂ ਜਿਹੜੀ ਕਾਸਮੈਟਿਕ ਸਰਜਰੀ ਹੈ, ਤੀਥ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨਾਂ ਨੂੰ ਨਾ ਲਗਜ਼ਰੀ ਸਿਸਟਮ ਤੇ ਰੱਖਿਆ ਹੋਇਆ ਤੇ ਉਹਦੇ ਤੇ ਘਟਾਏ ਹੋਏ ਨੇ, ਡੇਲੀ ਨੀਡਸ ਤੋਂ ਘਟਾਏ ਹੋਏ। ਅਸੈਂਸ਼ੀਅਲ ਸਰਕਾਰਾਂ ਦੀ ਮੋਨੋਪੋਲੀ। ਹੁਣ ਵੀ ਜਿਹੜਾ ਇੱਥੇ ਲਾਕਡਾਊਨ ਲੱਗਿਆ ਹੋਇਆ ਤੇ ਉਹਨਾਂ ਨੇ ਅਸੈਂਸ਼ੀਅਲ ਤੇ ਨਾਨ ਅਸੈਂਸ਼ੀਅਲ 2 ਗਰੁੱਪ ਬਣਾਏ ਵੀ ਜਿਹੜੀ ਚੀਜ਼ਾਂ ਜ਼ਰੂਰੀ ਨੇ ਉਹਨਾਂ ਦੀ ਸਪਲਾਈ ਜਾਰੀ ਰਵੇ, ਜਿਹੜੇ ਨਾਨ ਅਸੈਂਸ਼ੀਅਲ ਨੇ, ਜਿਹੜਾ ਜ਼ਰੂਰੀ ਨਹੀਂ ਹੈਗਾ, ਜਿੱਦੇ ਬਗੈਰ ਦੁਨੀਆ ਰਹਿ ਸਕਦੀ ਹੈ, ਉਹਨੂੰ ਅਲੱਗ ਗਰੁੱਪ ਵਿੱਚ ਰੱਖਿਆ, ਉਹਨੂੰ ਬੰਦ ਕੀਤਾ ਗਿਆ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਇੱਕ ਸਿਸਟਮ ਨਾਲ ਚੱਲ ਰਹੇ ਨੇ ਜੀ। ਹਾਂਜੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਹਾਂਜੀ ਵੀਰ ਜੀ, ਬਿਲਕੁਲ। ਤੇ ਮੇਰੀ ਗੱਲ ਕੀ ਸੀ ਜੀ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਬੇਸਿਕਲੀ ਹੁਣ ਇਹ ਫੈਸਲਾ ਕਿੰਨੇ ਕਰਨਾ ਹੈ ਕਿ ਦੇਸ਼ ਭਗਤ ਕੌਣ ਹੈ ਤੇ ਦੇਸ਼ ਦਾ ਚੋਰ ਕੌਣ। ਕਿਸਾਨ ਖੇਤ ਵਿੱਚ ਆਪਣਾ ਪਸੀਨਾ ਵਹਾ ਕੇ ਕੁਝ ਬਣਾ ਰਿਹਾ, ਜਿਹੜਾ ਦੇਸ਼ ਦੀ GDP ਬਚਾ ਰਿਹਾ, ਤੇ ਇਹ ਬੰਦਾ ਅੰਬਾਨੀ ਕੀ ਕਰ ਰਹੇ ਨੇ ਕਿ ਦੇਸ਼ ਦੇ ਵਿੱਚੋਂ ਕਮਾ ਕੇ
ਕਰੋਨਾ ਕਾਲ ਦੇ ਵਿੱਚ ਇਹ ਬੰਦੇ 47ਵੇਂ ਰੈਂਕ ਤੋਂ ਤੀਜੇ ਰੈਂਕ ਤੇ ਕਿਵੇਂ ਆ ਗਏ? ਕਿਉਂਕਿ ਦੇਸ਼ ਵਿੱਚੋਂ ਕਮਾਇਆ। ਆਪਣਾ ਸ਼ੇਅਰ ਤਾਂ 200 ਗੁਣਾ ਨਹੀਂ 1000 ਗੁਣਾ ਵੱਧ ਗਿਆ। 4 ਗੁਣਾ ਵੱਧ ਗਿਆ, ਜਿਹੜਾ 1000 ਗੁਣਾ ਵੱਧ ਗਿਆ ਤੇ ਦੇਸ਼ ਦੀ GDP ਮਾਈਨਸ ਚਲੇਗੀ। ਉਹਦਾ ਇੱਕ ਸਿੱਧਾ ਜਿਹਾ ਮਤਲਬ ਹੈ ਕਿ ਅੰਬਾਨੀਆਂ ਨੇ ਇਸ ਦੇਸ਼ ਵਿੱਚੋਂ ਪੈਸਾ ਚੱਕਿਆ ਤੇ ਫੋਰਨ ਵਿੱਚ ਜਾ ਕੇ ਇਨਵੈਸਟ ਕਰਤਾ। ਦੇਸ਼ ਦਾ ਪੈਸਾ ਬਾਹਰ ਚਲਾ ਗਿਆ ਇਨਵੈਸਟਮੈਂਟ ਦੇ। ਇਸੇ ਚੱਕਰ 'ਚ ਇਹਨਾਂ ਦਾ ਰੈਂਕ ਤਾਂ ਅਬਵ ਹੋ ਗਿਆ ਤੇ ਦੇਸ਼ ਦੀ GDP ਮਾਈਨਸ ਚਲੇਗੀ। ਹੁਣ ਮੈਨੂੰ ਦੱਸੋ ਦੇਸ਼ ਭਗਤ ਕੌਣ ਹੈ? ਤੇ ਕਿਸਾਨ ਇੱਥੇ ਬੀਜ ਰਿਹਾ, ਇੱਥੋਂ ਦੇ ਲੋਕਾਂ ਦਾ ਢਿੱਡ ਭਰ ਰਿਹਾ ਤੇ ਦੇਸ਼ ਦੀ ਇਕਨੋਮੀ ਨੂੰ ਰਨ ਕਰ ਰਿਹਾ। ਲਿਕੁਇਡਿਟੀ ਜਿੰਨੀ ਵੀ ਹੈ ਉਹਦਾ ਸਰਕੂਲੇਸ਼ਨ ਕਿਸਾਨ ਦੇ ਆਸਰੇ ਚੱਲ ਰਿਹਾ। ਇਸ ਕਰਕੇ ਮੈਨੂੰ ਇਹ ਤਾਂ ਹੋ ਗਏ ਖਾਲਿਸਤਾਨੀ, ਇਹ ਤਾਂ ਹੋ ਗਏ ਪਾਕਿਸਤਾਨ ਦੇ ਏਜੰਟ, ਇਹ ਤਾਂ ਹੋ ਗਏ ਚਾਈਨਾ ਦੇ ਏਜੰਟ, ਹਨਾ। ਤੇ ਜਿਹੜਾ ਅੰਬਾਨੀ ਸਾਰਾ ਕੁਝ ਇੱਥੋਂ ਲੁੱਟ ਪੱਟ ਕੇ ਤੇ ਬਾਹਰ ਜਾ ਕੇ ਇਨਵੈਸਟ ਕਰੇ ਤੇ ਆਪਣਾ ਰੈਂਕ ਜਿਹੜਾ ਉਹ ਬਾਹਰ ਲੈ ਕੇ ਜਾਵੇ, ਉਹ ਹੋ ਗਿਆ ਦੇਸ਼ ਭਗਤ। ਇਹਨਾਂ ਦੇ ਸੱਜੇ ਬੰਨੇ ਬਹਿੰਦਾ। ਇਹ ਫਰਕ ਜਿਹੜਾ ਇਹ ਸਮਝਣਾ ਜੀ। ਵੀਰ ਜੀ, ਸੰਘਰਸ਼ ਤੋਂ ਬਾਅਦ ਸੰਘਰਸ਼ ਦੇ ਦੌਰਾਨ ਕਾਫੀ ਮੀਟਿੰਗਸ ਵੀ ਨੇ, ਕਾਫੀ ਤਰੀਕੇ ਦਾ ਇਹਨਾਂ ਨੇ ਪ੍ਰੈਸ਼ਰ ਵੀ ਪਾਇਆ। ਔਰ ਇੱਕ ਵਾਰੀ ਮੈਂ ਫਿਰ ਆਖਾਂਗਾ ਕਿ ਸਾਰੀ ਦੀ ਸਾਰੀ ਜਿਹੜੀ ਕਿਸਾਨੀ ਮੋਰਚਾ ਉਹ ਸ਼ਲਾਘਾਯੋਗ ਹੈ ਕਿ ਕਿਸੇ ਵੀ ਲਾਲਚ, ਕਿਸੇ ਵੀ ਪ੍ਰੈਸ਼ਰ ਹੇਠਾਂ ਆਏ ਬਗੈਰ ਉਹਨਾਂ ਨੇ ਫੈਸਲਾ ਲਿਆ ਵੇ ਤੇ ਹਾਲੇ ਤੱਕ ਜੀ ਆਖੀ ਤਾਂ ਸਰਕਾਰ ਨੂੰ ਗੋਡਿਆਂ ਤੇ ਟੇਕਿਆ ਪਿਆ। ਫਿਰ ਜਿਸ ਦਾ ਡਰ ਸੀਗਾ ਉਹੀ ਹੋਇਆ ਕਿ ਇਹਨਾਂ ਨੇ ਸੁਪਰੀਮ ਕੋਰਟ ਨੂੰ ਸਾਈਡ ਦੇ ਡੋਰ ਤੋਂ ਐਂਟਰੀ ਕਰਵਾਈ ਹੈ ਔਰ ਐਂਟਰੀ ਕਰਾ ਕੇ ਇੱਕ ਕਮੇਟੀ ਬਣਾਈ ਹੈ। ਤੇ ਹੁਣ ਉਹ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਆਫ ਇੰਡੀਆ ਵੇ ਸ਼ਰਦ ਬੋਬਡੇ, ਉਹ ਵੀ RSS ਨਾਲ ਸੰਬੰਧਿਤ ਹੈ। ਜਿਹੜੀ ਕਮੇਟੀ ਬਣਾਈ ਹੈ 4 ਮੈਂਬਰੀ, ਅਸ਼ੋਕ ਗੁਲਾਟੀ RSS ਨਾਲ ਸੰਬੰਧਿਤ ਹੈ ਜਾਂ BJP ਨਾਲ ਸੰਬੰਧਿਤ ਹੈ। ਸ਼ੇਤਕਾਰੀ ਸੰਗਠਨ, ਉਸ ਤੋਂ ਨਾਮ ਹੀ ਸਾਫ਼ ਪਤਾ ਚੱਲਦਾ ਹੈ ਕਿ RSS ਦੀ ਬ੍ਰਾਂਚ ਹੈ। ਉਸ ਦਾ ਜਿਹੜਾ ਚੇਅਰਮੈਨ ਹੈ ਇਸ ਵੇਲੇ ਅਨਿਲ ਘਨਵਤ, ਉਹ ਵੀ ਸਰਕਾਰੀ ਬੰਦਾ। ਭੁਪਿੰਦਰ ਸਿੰਘ ਮਾਨ, ਇਹ ਵੀ ਇਹਨਾਂ ਦੇ ਵੀ ਜਿਹੜੇ ਹੈਗੇ ਨੇ ਸਰਕਾਰ ਨਾਲ ਕਿਆ ਕਹਿਣੇ ਜੀ, ਬਿਲਕੁਲ ਪੁਰਾਣੇ, ਉਹਦੇ ਤਾਂ ਪੁਰਾਣੇ ਰਿਕਾਰਡ ਬੋਲਦੇ ਨੇ ਜੀ। ਤੇ ਡਾਕਟਰ PK ਜੋਸ਼ੀ, ਇਹ 4 ਮੈਂਬਰਾਂ ਦੀ ਇਹਨਾਂ ਨੇ ਕਮੇਟੀ ਬਣਾਈ ਹੈ ਜਿਹਨੂੰ ਹੈਡ ਕਰ ਰਿਹਾ ਵੇ ਸ਼ਰਦ ਬੋਬਡੇ ਨੇ, ਜਿਹੜਾ ਬੋਬਡੇ ਜਿਹੜਾ ਚੀਫ ਜਸਟਿਸ ਆਫ ਇੰਡੀਆ ਵੇ। ਤੇ ਉਹ ਤੇ ਖੈਰ ਹੈ ਹੀ ਆਪਣਾ RSS ਦਾ ਕੈਡਰ ਹੈਗਾ ਵੇ। ਤੇ ਇਸ ਕਮੇਟੀ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਹੈ, ਹੁਣ ਇਹਨਾਂ ਦੀ ਕੀ ਸਟ੍ਰੈਟਜੀ ਹੈ ਔਰ ਆਪਣੇ ਕਿਸਾਨਾਂ ਦੀ ਕੀ ਸਟ੍ਰੈਟਜੀ ਹੈ, ਤੇ ਸਪੈਸ਼ਲੀ ਕਿਉਂਕਿ ਭੁਪਿੰਦਰ ਸਿੰਘ ਮਾਨ ਤੇ ਇਹਨਾਂ ਦਾ ਕੀ ਰੋਲ ਹੈ ਔਰ ਇਹਨਾਂ ਨੂੰ ਕਿਉਂ ਵਿੱਚ ਪਾਇਆ ਗਿਆ, ਥੋੜਾ ਜਿਹਾ ਇਸ ਤੇ ਵੀ ਜਾਣਨਾ ਪਾਓ। ਇੱਕ ਗੱਲ ਮੈਂ ਹੋਰ ਪੁੱਛਣਾ ਚਾਹਨਾ ਵੀਰ ਜੀ, ਤੁਸੀਂ ਅਗਰ ਉਹਦਾ ਪਹਿਲਾਂ ਜਵਾਬ ਦੇ ਦਿਓ ਕਿ ਅਸ਼ੋਕ ਗੁਲਾਟੀ, ਅਨਿਲ ਘਨਵਤ, ਭੁਪਿੰਦਰ ਸਿੰਘ ਮਾਨ ਤੇ ਡਾਕਟਰ PK ਜੋਸ਼ੀ, ਇਹ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ ਸਿੰਘੂ ਬਾਰਡਰ ਤੇ ਕਿੰਨੀ ਕੁ ਵਾਰੀ ਆਏ ਨੇ, ਕਿੰਨੀ ਕੁ ਵਾਰੀ ਇਹਨਾਂ ਨੇ ਸਾਂਝ ਕੀਤੀ ਹੈ, ਕੀ ਗੱਲਾਂ ਇਹਨਾਂ ਨੇ ਸੁਣੀਆਂ ਪੜੀਆਂ ਜਾਂ ਉੱਥੇ ਕੀਤੀਆਂ ਨੇ ਉਹਨਾਂ ਦੇ ਨਾਲ? ਵੀਰੇ ਮੈਂ ਉਹੀ ਗੱਲ ਮੈਂ ਵੀ ਇੱਥੇ ਪਹਿਲਾਂ ਗਰਾਊਂਡ ਲੈਵਲ ਤੇ ਲਿਆਉਣਾ ਚਾਹੁੰਦਾ ਵੀ ਅੱਜ ਉਹਨਾਂ ਦੀ ਕਮੇਟੀ ਤਾਂ ਬਣਾ ਦੀ, ਇਹਦੇ ਪਿਛੋਕੜ 'ਚ ਜਾਈਏ ਜੀ ਔਰ ਪੂਰੀ ਦੁਨੀਆ ਨੂੰ ਇਹ ਦੱਸੀਏ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਸੁਪਰੀਮ ਕੋਰਟ ਦਾ ਚੀਫ ਜਸਟਿਸ, ਜਿਹਦਾ ਨਾਂ ਲੈਣ ਲੱਗੇ ਸਭ ਤੋਂ ਪਹਿਲਾਂ ਮਾਣਯੋਗ ਕਹਿਣਾ ਜਿਹੜਾ ਹੈ ਉਹ ਲਾਜ਼ਮੀ ਹੈ ਇਸ ਦੇਸ਼ ਦੇ ਵਿੱਚ। ਉਹ ਬੰਦਾ ਪਾਰਸ਼ੈਲਿਟੀ ਦੀ ਹੱਦ ਕਰ ਰਿਹਾ ਹੈ ਕਿ ਜਿਹੜੀਆਂ ਜਥੇਬੰਦੀਆਂ ਪਿਛਲੇ ਕਿੰਨਿਆਂ ਮਹੀਨਿਆਂ ਤੋਂ ਇਹਨਾਂ ਨਾਲ ਮੀਟਿੰਗਸ ਕਰ ਰਹੀਆਂ ਨੇ, ਹੁਣ ਜੇ ਤਾਂ ਸੁਪਰੀਮ ਕੋਰਟ ਸਾਰਿਆਂ ਦੀ ਸਾਂਝੀ ਹੁੰਦੀ ਤਾਂ ਉਹ ਇਦਾਂ ਕਰਦੀ ਵੀ ਸਰਕਾਰ ਨੂੰ ਕਹਿੰਦੀ ਭਾਈ ਤੁਸੀਂ 2 ਨੁਮਾਇੰਦੇ ਆਪਣੇ ਦਿਓ ਜਿਹੜੇ ਖੇਤੀ ਮਾਹਿਰ ਹੋਣ, ਜਿਨ੍ਹਾਂ ਦੀ ਕੋਈ ਡਿਗਰੀ ਕੋਈ ਪੜ੍ਹਾਈ ਜਿਹੜੀ ਹੈ ਉਹ ਇਸ ਲੈਵਲ ਦੀ ਹੋਵੇ ਕਿ ਉਹ ਕਾਨੂੰਨਾਂ ਦੀ ਕੋਖ ਕਰ ਸਕੇ। ਉਧਰੋਂ ਕਿਸਾਨਾਂ ਨੂੰ ਇਹ ਗੱਲ ਕਹਿੰਦੇ ਭਾਈ ਤੁਸੀਂ ਆਪਣੇ 2 ਨੁਮਾਇੰਦੇ ਦਿਓ ਜਿਹੜੇ ਨੁਮਾਇੰਦੇ ਇਸ ਲੈਵਲ ਦੇ ਪ੍ਰੋਫੈਸ਼ਨਲ ਹੋਣ, ਜਿਹੜੇ ਇਹਨਾਂ ਕਿਸਾਨਾਂ ਦੀ ਕਿਸਾਨੀ ਕਾਨੂੰਨਾਂ ਦੇ ਉੱਤੇ ਆਪਣੀ ਰਾਏ ਪ੍ਰੋਪਰ ਵੇ ਦੇ ਨਾਲ ਰੱਖ ਸਕਣ। 2 ਮੈਂਬਰ ਉਧਰੋਂ 2 ਮੈਂਬਰ ਉਧਰੋਂ ਤੇ 5ਵਾਂ ਪੈਂਦਾ ਚੀਫ ਜਸਟਿਸ ਆਪ। ਤੇ ਗੱਲ ਥੋੜੀ ਜਿਹੀ ਸਮਝ ਲੱਗਦੀ ਵੀ ਇਹ ਜੈਨੂਅਨ ਗੱਲ ਹੈ। ਜੇ ਸੁਪਰੀਮ ਕੋਰਟ ਵਿੱਚ ਆਇਆ ਹੈ ਤਾਂ ਉਹਨੇ ਦੋਵਾਂ ਧਿਰਾਂ ਨੂੰ ਬਰਾਬਰ ਬਿਠਾ ਕੇ ਕਮੇਟੀ ਰਾਹੀਂ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇੱਕ ਗੱਲ ਹੋਰ ਕਹਿ ਦਿਆਂ ਵੀ ਸਰਕਾਰ ਇੰਨੀ ਸੌਖੀ ਇਸ ਕਮੇਟੀ ਤੱਕ ਨਹੀਂ ਆਈ। ਸਰਕਾਰ ਨੇ ਪਹਿਲਾਂ ਅੱਤਵਾਦੀ ਘੋਸ਼ਿਤ ਕੀਤੇ, ਮਾਓਵਾਦੀ ਘੋਸ਼ਿਤ ਕੀਤੇ। ਸਰਕਾਰ ਨੇ ਹਰਿਆਣੇ ਦੇ ਨਾਲ ਰੱਟਾ ਪਾਉਣ ਲਈ BJP ਦੇ ਬੰਦਿਆਂ ਕੋਲੋਂ SYL ਨਹਿਰ ਦਾ ਮੁੱਦਾ ਚੁਕਾਇਆ। ਕਹਿਣ ਤੋਂ ਭਾਵ ਕਿ ਹਰ ਹੀਲਾ ਜੋ ਮੀਡੀਆ ਵਰਤ ਸਕਦਾ ਸੀ, ਜੋ ਪ੍ਰੋਪੇਗੈਂਡਾ ਕੀਤਾ ਜਾ ਸਕਦਾ ਸੀ, ਜੋ ਡਿਪਲੋਮੈਟਿਕ ਤਰੀਕੇ ਵਰਤੇ ਜਾ ਸਕਦੇ ਸੀ। ਕਿਸਾਨੀ ਇੱਕ ਚੀਜ਼ ਹੋਰ ਥੋੜੀ ਜਿਹੀ, ਇੱਕ ਦਿਨ ਸਾਡੇ ਕੋਲ ਇੱਥੋਂ ਤੱਕ ਵੀ ਖਬਰ ਸੀਗੀ, ਉਹ ਵੈਸੇ ਬਹੁਤੀ ਜ਼ਿਆਦਾ ਨਸ਼ਰ ਨਹੀਂ ਹੋ ਪਾਈ, ਕਿ ਇਹਨਾਂ ਬੰਦਿਆਂ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੋਲੋਂ ਕਿਤੇ ਮਤਲਬ ਪੁਰਾਤਨ ਸਮਿਆਂ 'ਚ ਗਲਤੀਆਂ ਹੋਈਆਂ ਹੋਣਗੀਆਂ, ਉਹਦਾ ਰਿਕਾਰਡ ਕਢਾਇਆ ਬਾਹਰ। ਉਹਦਾ ਸਾਰਾ ਰਿਕਾਰਡ ਕੱਚਾ ਚਿੱਠਾ ਕਢਾ ਕੇ ਇਹਨਾਂ ਨੂੰ ਉੱਥੇ ਸੱਦਿਆ ਔਰ ਇਹਨਾਂ ਨੂੰ ਦਿਖਾਇਆ ਕਿ ਸਾਡੇ ਕੋਲ ਤੁਹਾਡੇ ਬਾਰੇ ਆਹ ਗਲਤ ਚੀਜ਼ਾਂ ਹੈਗੀਆਂ, ਜੇ ਤੁਸੀਂ ਨਹੀਂ ਸਾਡੀ ਗੱਲ ਮੰਨੋਗੇ ਤੇ ਅਸੀਂ ਤੁਹਾਡੀਆਂ ਇਹ ਬਾਹਰ ਨਸ਼ਰ ਕਰ ਦਿੰਦੇ।
ਔਰ ਰਾਜੇਵਾਲ ਹੋਰਾਂ ਨੇ ਇਹ ਗੱਲ ਕਿਹਾ ਵੀ ਤੁਸੀਂ ਜੋ ਮਰਜ਼ੀ ਕਰ ਦਿਓ, ਅਸੀਂ ਜਿਹੜਾ ਇਸ ਵਾਰੀ ਆਪਣੇ ਜਿਹੜੇ ਇਰਾਦੇ ਆ ਉਹਨਾਂ ਤੇ ਅਟਲ। ਸੋ ਇਹਨਾਂ ਨੇ ਸਾਰੇ ਹੱਥ ਕੰਡੇ ਵਰਤਣ ਤੋਂ ਬਾਅਦ ਸਾਡੇ ਸਿੱਖ ਜਿਹੜੇ ਕਲੈਕਟਸ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹਨਾਂ ਕੋਲ ਇੱਕ ਆਖਰੀ ਚਾਰਾ ਹੈਗਾ, ਉਹ ਹੈਗਾ ਸੁਪਰੀਮ ਕੋਰਟ ਦਾ। ਪਰ ਮੈਨੂੰ ਇੱਕ ਗੱਲ ਦੀ ਸ਼ਰਮ ਆਉਂਦੀ ਹੈ ਵੀ ਜਦੋਂ ਸਾਨੂੰ ਵੀ ਮੀਡੀਆ ਨੇ ਪੁੱਛਿਆ ਵੀ ਸੁਪਰੀਮ ਕੋਰਟ ਐਂਟਰ ਹੋ ਰਹੀ ਹੈ, ਤੇ ਮੇਰੇ ਮਨ ਵਿੱਚ ਇੱਕ ਗੱਲ ਤੇ ਜ਼ਰੂਰ ਸੀਗੀ ਕਿ ਇਹ ਉਹੀ ਸੁਪਰੀਮ ਕੋਰਟ ਹੈ ਜਿਹੜੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਸਭ ਤੋਂ ਪਹਿਲਾਂ ਬਾਬਰੀ ਮਸਜਿਦ ਦੇ ਮਸਲੇ ਦੇ ਵਿੱਚ ਭਾਵਨਾਵਾਂ ਦੇ ਆਧਾਰ ਤੇ ਜਿਹੜਾ ਕਾਨੂੰਨ, ਜਿਹੜਾ ਸੰਵਿਧਾਨ ਭਾਵਨਾਵਾਂ ਦੇ ਆਸਰੇ ਚੱਲਦਾ ਹੀ ਨਹੀਂ ਆ, ਉਹ ਸਬੂਤਾਂ ਦੇ ਆਸਰੇ ਚੱਲਦਾ, ਉਹ ਫੈਕਟਸ ਦੇ ਆਸਰੇ ਚੱਲਦਾ, ਉਹਨੂੰ ਦਰਕਨਾਰ ਕਰਕੇ ਸਿੱਧਾ ਬਾਬਰੀ ਮਸਜਿਦ ਦਾ ਫੈਸਲਾ ਜਿਹੜਾ ਉਹ ਕਰ ਦਿੱਤਾ ਜਾਂਦਾ ਔਰ ਇੱਕ ਫਿਰਕੇ ਦੇ ਹੱਕ ਵਿੱਚ ਕੀਤਾ ਜਾਂਦਾ। ਉੱਥੇ ਇਹ ਵੀ ਕਿਹਾ ਜਾਂਦਾ ਵੇ, ਮਤਲਬ ਸਹਾਰਾ ਕੀ ਲਿੱਤਾ ਜਾਂਦਾ ਵੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਇੱਥੇ ਬਾਬਰੀ ਮਸਜਿਦ, ਇੱਥੇ ਰਾਮ ਜਨਮ ਭੂਮੀ ਜੋ ਵੀ ਹੈ, ਰਾਮ ਮੰਦਿਰ ਦੀ ਵਜ੍ਹਾ ਕਰਕੇ ਉੱਥੇ ਆਏ, ਤੀਰਥ ਯਾਤਰਾ ਵਾਸਤੇ ਆਉਂਦੇ ਸਨ। ਸਾਰਾ ਕੁਝ ਝੂਠੋ ਝੂਠ ਫੈਸਲਾ ਦੇ ਕੇ ਤੇ ਇੱਕ ਫਿਰਕੇ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਫੈਸਲਾ ਇੱਕ ਪਾਸੜ ਕੀਤਾ ਜਾਂਦਾ। ਇੱਥੋਂ ਤੱਕ ਸਮਝ ਲੱਗਦੀ ਹੈ। ਚਲੋ ਮੈਂ ਕਿਹਾ ਜੀ ਮੰਨ ਲਓ ਕਰਤਾ, ਉਸ ਤੋਂ ਮਗਰੋਂ ਕਿੱਡੀ ਬਸ਼ਰਮੀ ਦੇ ਨਾਲ ਉਹੀ ਚੀਫ ਜਸਟਿਸ ਥੋੜੇ ਦਿਨਾਂ ਬਾਅਦ ਦੇਸ਼ ਦਾ ਇੱਕ ਵੱਡਾ ਅਹੁਦਾ ਲੈਂਦਾ ਜਿਹੜਾ ਕਿ ਉਹਨੂੰ ਖਿਰਾਤ 'ਚ ਮਿਲਦਾ, ਜਦ ਕਿ ਬਾਏ ਲਾਅ ਇਹ ਜਿਹੜੇ ਚੀਫ ਜਸਟਿਸ ਜਾਂ ਜਸਟਿਸ ਟਾਈਪ ਦੇ ਲੋਕ ਹੁੰਦੇ ਨੇ, ਨਿਆਂਧੀਸ਼ ਜਿਹਨੂੰ ਇਹ ਕਹਿੰਦੇ ਨੇ, ਇਹ ਕਿਸੇ ਵੀ ਏਦਾਂ ਅਹੁਦਿਆਂ ਦੇ ਵਿੱਚ ਨਹੀਂ ਜਾ ਸਕਦੇ। ਉਹ ਗਗੋਈ ਨੂੰ ਦਿੱਤਾ ਹੋਇਆ ਅਹੁਦਾ ਤੇ ਉਹਦੇ ਵੱਲੋਂ ਐਕਸੈਪਟ ਕੀਤਾ ਹੋਇਆ ਅਹੁਦਾ ਇਹ ਦੱਸਦਾ ਹੈ ਕਿ ਇਹਨਾਂ ਨੇ ਬਾਬਰੀ ਮਸਜਿਦ ਦੇ ਫੈਸਲੇ ਵਿੱਚ ਉਹਦੇ ਨਾਲ ਪਹਿਲਾਂ ਤੋਂ ਹੀ ਸੌਦੇਬਾਜ਼ੀ ਕੀਤੀ ਸੀ। ਹੁਣ ਜਦੋਂ ਸੁਪਰੀਮ ਕੋਰਟ ਸੌਦੇਬਾਜ਼ੀਆਂ ਕਰੇਗੀ, ਸੁਪਰੀਮ ਕੋਰਟ ਇਹ ਉਹੀ ਸੁਪਰੀਮ ਕੋਰਟ ਹੈ ਜਿਹਦੇ ਜੱਜ ਥੋੜੇ ਦਿਨ ਪਹਿਲਾਂ ਹੜਤਾਲ ਤੇ ਚਲ ਗਈ ਸੀ। ਯਾਦ ਹੈ? ਜੇ ਮੇਰੀ ਆਡੀਅנס ਨੂੰ, ਤੁਹਾਡੀ ਆਡੀਅנס ਨੂੰ ਇਹ ਪਤਾ ਹੋਵੇ ਕਿ ਦਿੱਲੀ ਦੇ ਵਿੱਚ ਇਸੇ ਸੁਪਰੀਮ ਕੋਰਟ ਦੇ 5 ਜੱਜ ਇਸ ਚੱਕਰ 'ਚ ਹੜਤਾਲ ਤੇ ਗਏ ਸੀਗੇ ਕਿ ਅਸੀਂ ਕੰਮ ਛੱਡਣ ਲੱਗੇ ਹਾਂ ਕਿਉਂਕਿ ਸਾਡੇ ਉੱਤੇ ਫੈਸਲੇ ਕਰਨ ਦੇ ਵਿੱਚ ਪ੍ਰੈਸ਼ਰ ਆਉਂਦਾ, ਤੇ ਕਿਹੜੀ ਸੁਪਰੀਮ ਕੋਰਟ ਦੀਆਂ ਗੱਲਾਂ ਕਰਦੇ। ਸੋ ਇਸ ਵਾਰੀ ਫਿਰ ਉਹੀ ਇਤਿਹਾਸ ਦੁਹਰਾਇਆ ਗਿਆ ਕਿ ਸਾਰਾ ਕੁਝ ਪਾਰਸ਼ੈਲਿਟੀ ਦੇ ਨਾਲ 5 ਬੰਦੇ ਉਹ ਲੱਭੇ ਗਏ ਜਿਨ੍ਹਾਂ ਦੇ ਬਿਆਨ, ਜਿਨ੍ਹਾਂ ਦੀ ਨੀਤੀ ਆਲਰੇਡੀ ਕਾਨੂੰਨਾਂ ਦੇ ਹੱਕ ਵਿੱਚ ਸੀ ਔਰ ਪਬਲਿਕਲੀ ਸੀ, ਕੋਈ ਲੁਕ ਛਿਪਕੇ ਵਾਲੀ ਗੱਲ ਨਹੀਂ ਹੈ। ਇਹਨਾਂ ਸਾਰਿਆਂ 5 ਬੰਦਿਆਂ ਦੇ ਜਿਹੜੇ ਬਿਆਨ ਉਹ ਪਹਿਲਾਂ ਹੀ ਆਲਰੇਡੀ ਵੱਖ-ਵੱਖ ਅਖਬਾਰਾਂ ਅੰਗਰੇਜ਼ੀ ਦੀਆਂ ਦੇ ਵਿੱਚ ਛਪੇ ਹੋਏ ਨੇ, ਸਾਡੇ ਰਿਕਾਰਡ ਵਿੱਚ ਮੌਜੂਦ ਨੇ ਕਿ ਇਹਨਾਂ ਨੇ ਟਾਈਮ ਟੂ ਟਾਈਮ ਹਮੇਸ਼ਾ ਕਿਸਾਨੀ ਜਿਹੜੇ ਕਾਲੇ ਕਾਨੂੰਨ ਹੈ ਜਿਹਦੀ ਖਾਤਰ ਅੱਜ 7 ਲੱਖ ਬੰਦਾ ਕਿਸਾਨਾਂ ਦਾ ਪੂਰੇ ਭਾਰਤ ਵਿੱਚੋਂ ਦਿੱਲੀ ਘੇਰ ਕੇ ਬੈਠਾ ਹੈ, ਉਹਨਾਂ ਕਾਲੇ ਕਾਨੂੰਨਾਂ ਨੂੰ ਸਹੀ ਦੱਸਿਆ ਸੀਗਾ। ਹੁਣ ਦੱਸੋ ਵੀ ਸਾਡੇ ਸੱਚ ਦਾ ਫੈਸਲਾ ਤੇ ਸਾਡੀ ਸੁਪਰੀਮ ਕੋਰਟ ਜਿਹੜੀ ਹੈ ਉਹ ਕਿੰਨੀ ਕੁ ਜਿਹੜੀ ਹੈ ਉਹ ਪਾਰਦਰਸ਼ਤਾ ਨਾਲ ਕੰਮ ਕਰਦੀ ਜੀ। ਇੱਕ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਸ਼ਰਦ ਬੋਬਡੇ ਨੇ ਜਿਹੜੇ ਚੀਫ ਜਸਟਿਸ ਆਫ ਇੰਡੀਆ, ਪਰਸੋਂ ਅਸੀਂ ਇਹਨਾਂ ਦਾ ਫੈਸਲਾ ਆਉਣ ਤੋਂ ਪਹਿਲਾਂ ਇੱਕ ਇਹਨਾਂ ਦੀ ਛੋਟੀ ਜਿਹੀ 4 ਮਿੰਟ ਦੀ ਵੀਡੀਓ ਕਿ ਇਹਨਾਂ ਦੀ ਕਾਰ ਜਿਹੜੇ ਸਾਰੇ ਕੀਤੇ ਨੇ ਉਹ ਕਿਸ ਤਰ੍ਹਾਂ ਦੇ ਹੈਗੇ ਨੇ, ਉਹ ਅਸੀਂ ਪਾਈ ਇਸ ਡਿਸਕ੍ਰਿਪਸ਼ਨ ਵਿੱਚ ਦੁਬਾਰਾ ਪਾ ਦਾਂਗੇ। ਫਿਰ ਵੀ ਮੋਟੇ ਤੌਰ ਤੇ ਦੱਸ ਦਈਏ ਕਿ ਸ਼ਰਦ ਬੋਬਡੇ ਜਿਹੜੇ ਹੈਗੇ ਨੇ ਇਹ ਉਹੀ ਨੇ ਜਿਨ੍ਹਾਂ ਨੇ ਬਾਬਰੀ ਮਸਜਿਦ ਦੇ ਖਿਲਾਫ ਫੈਸਲਾ ਦਿੱਤਾ ਸੀਗਾ ਔਰ ਗੁਰੂ ਨਾਨਕ ਪਾਤਸ਼ਾਹ ਨੂੰ ਉੱਥੇ ਉਹਨਾਂ ਨੇ ਪੁਜਾਰੀ ਦਰਸਾਇਆ ਸੀਗਾ। ਸ਼ਰਦ ਬੋਬਡੇ ਉਹੀ ਨੇ ਜਿਨ੍ਹਾਂ ਨੇ BCCI ਦੇ ਵਿੱਚ ਦਖਲ ਦੇ ਕੇ ਉਸ ਵੇਲੇ ਦੇ ਜਿਹੜਾ ਆਡੀਟਰ ਜਨਰਲ ਸੀਗਾ ਉਹਨੂੰ ਬਾਹਰ ਕੱਢਿਆ ਸੀਗਾ, ਕਿਉਂਕਿ ਉਸ ਵੇਲੇ ਜਿਹੜੀ ਗੱਲ ਹੈਗੀ ਸੀ ਉਹ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੇ ਉੱਤੇ ਆ ਰਹੀ ਸੀ। ਤੇ ਇਸ ਵੇਲੇ ਜੈ ਸ਼ਾਹ ਜਿਹੜੇ ਹੈਗੇ ਨੇ, ਜੈ ਸ਼ਾਹ ਜਿਹੜਾ ਹੈਗਾ ਵੇ ਉਹ BCCI ਦਾ ਜਨਰਲ ਸੈਕਟਰੀ ਹੈ। ਔਰ ਤੀਜਾ ਜਿਹੜਾ ਗਗੋਈ ਹੈ, ਤੁਹਾਨੂੰ ਵੀਰ ਜੀ ਯਾਦ ਹੋਏਗਾ ਕਿ ਗਗੋਈ ਦੇ ਉੱਤੇ ਜਿਹੜਾ ਸੈਕਸੁਅਲ ਹਰਾਸਮੈਂਟ ਦਾ ਕੇਸ ਪਿਆ ਸੀਗਾ, ਸੈਕਸੁਅਲ ਹਰਾਸਮੈਂਟ ਦੇ ਕੇਸ ਦੀ ਜਿਹੜੀ ਸੁਣਵਾਈ ਸੀ ਉਹ ਵੀ ਇਹਨੇ ਕੀਤੀ ਸੀ ਬੋਬਡੇ ਨੇ, ਔਰ ਬੋਬਡੇ ਨੇ ਉਸ ਸੈਕਸੁਅਲ ਹਰਾਸਮੈਂਟ ਕੇਸ ਦੇ ਵਿੱਚ ਗਗੋਈ ਨੂੰ ਉੱਥੋਂ ਕਲੀਨ ਚਿਟ ਦਵਾਈ ਸੀ ਤੇ ਉਸ ਤੋਂ ਬਾਅਦ ਇਹ ਚੀਫ ਜਸਟਿਸ ਆਫ ਇੰਡੀਆ ਬਣ ਗਿਆ ਸੀਗਾ। ਤੇ ਇਹ ਅਸੀਂ ਸਾਰੀ ਡਿਟੇਲ ਅਸੀਂ ਦਿੱਤੀ ਹੋਈ ਹੈ, ਵੀਰ ਨੇ ਵੀ ਦੱਸੀ ਹੈ, ਤਾਂ ਤੁਸੀਂ ਉੱਥੇ ਜਾ ਕੇ ਵੀ ਵੇਖ ਸਕਦੇ ਹੋ। ਵੀਰ ਜੀ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹ ਕਿਉਂਕਿ ਇਹ ਜਿਹੜੇ 3 ਨੇ ਅਸ਼ੋਕ ਗੁਲਾਟੀ, ਅਨਿਲ ਘਨਵਤ ਤੇ PK ਜੋਸ਼ੀ, ਇਹਨਾਂ ਤੋਂ ਸਾਰੇ ਭਰੇ ਪਏ ਨੇ ਰਿਕਾਰਡ ਕੀ ਕਿਸ ਤਰੀਕੇ ਨਾਲ ਸਰਕਾਰਾਂ ਦੇ ਨਾਲ ਸੰਬੰਧਿਤ ਨੇ। ਜਿਹੜੇ ਰਿਕਾਰਡ ਨੇ ਉਹ ਭੁਪਿੰਦਰ ਸਿੰਘ ਮਾਨ ਦੇ ਵੀ ਉੱਥੇ ਦਿੱਤੇ ਪਏ ਨੇ। ਪਰ ਭੁਪਿੰਦਰ ਸਿੰਘ ਮਾਨ ਦੇ ਕੀ ਕਦੀ ਆਏ ਨੇ ਇੱਥੇ ਕਿਸਾਨੀ ਮੋਰਚੇ ਦੇ ਵਿੱਚ ਤੇ ਕੀ ਇਹਨਾਂ ਨੇ ਕੁਝ ਰੋਲ ਅਦਾ ਕੀਤਾ? ਇਹਨਾਂ ਦਾ ਰੋਲ ਜਿਹੜਾ ਹੈਗਾ ਵੇ ਕੀ ਹੈਗਾ ਹੁਣ ਤੱਕ, ਕੀ ਇਹਨਾਂ ਨੇ ਕੀਤਾ? ਮੈਂ ਉਹੀ ਗੱਲ ਕਹਿਣ ਲੱਗਾ ਵੀ ਹੁਣ ਤੱਕ ਇਸ ਬੰਦੇ ਦੇ ਕਾਲੇ ਚਿੱਠਿਆਂ ਦਾ ਰਿਕਾਰਡ ਸਿਰਫ ਤੇ ਸਿਰਫ ਗੂਗਲ ਤੇ ਜਾ ਕੇ ਇਹਦਾ ਨਾਂ ਭਰ ਕੇ ਪਤਾ ਲੱਗ ਜੂਗਾ ਕਿ ਇੰਦਰਾ ਗਾਂਧੀ ਦੇ ਵੇਲੇ ਇਹਨੇ ਪੰਜਾਬ ਦੀ ਪਿੱਠ 'ਚ ਛੁਰਾ ਕਿਵੇਂ ਮਾਰਿਆ ਸੀਗਾ। ਜਿਸ ਵੇਲੇ ਅਨੰਦਪੁਰ ਦੇ ਮਤੇ ਦੀ ਗੱਲ ਅੱਜ
ਨੌਨ ਸਿੱਖ ਬੰਦੇ ਆਨੰਦਪੁਰ ਦੇ ਮਤੇ ਦੀਆਂ ਮੱਦਾਂ ਹੱਥ 'ਚ ਫੜ ਕੇ ਇਹ ਗੱਲ ਕਹਿ ਰਹੇ ਨੇ ਕਿ ਸੰਤ ਜਰਨੈਲ ਸਿੰਘ ਨੇ ਉਸ ਵੇਲੇ ਇਹਨਾਂ ਮਤਿਆਂ ਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਠੀਕ ਕਹੀਆਂ ਸੀ, ਜਿਹਦੀ ਵਜ੍ਹਾ ਕਰਕੇ ਅੱਜ ਇਹ ਕਾਨੂੰਨਾਂ ਤੱਕ ਦੀ ਨੌਬਤ ਆਈ ਹੈ। ਜੇ ਉਸ ਵੇਲੇ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਮੰਨੀਆਂ ਹੁੰਦੀਆਂ ਤੇ ਹਾਲਾਤ ਇਹ ਨਾ ਬਣਦੇ। ਜਿਹੜੇ ਆਨੰਦਪੁਰ ਦੇ ਮਤੇ ਨੂੰ ਅੱਜ ਇੰਨੇ ਸਾਲਾਂ ਬਾਅਦ ਠੀਕ ਕਿਹਾ ਜਾ ਰਿਹਾ, ਇਸ ਬੰਦੇ ਨੇ ਉਸ ਵੇਲੇ ਉਸ ਆਨੰਦਪੁਰ ਦੇ ਮਤੇ ਨੂੰ ਖਤਮ ਕਰਨ ਵਾਸਤੇ ਜਿਹੜੀ ਬਹੁਤ ਵੱਡੀ ਚਾਰਾਜੋਈ ਕੀਤੀ ਸੀਗੀ, ਮੁਖਾਲਫਤ ਕੀਤੀ ਸੀਗੀ, ਲਹਿਰ ਖੜੀ ਕੀਤੀ ਸੀਗੀ। ਸੋ ਕਹਾਣੀ ਫੇਰ ਉਹੀ ਹੈ ਕਿ ਪੰਜਾਬ ਨਾਲ ਦਿੱਲੀ ਜਦੋਂ ਧੱਕਾ ਕਰਦੀ ਹੈ ਤੇ ਬਹੁਤੀ ਵਾਰੀ ਉਹਨਾਂ ਦਾ ਇੱਕ ਟ੍ਰੈਂਡ ਹੈ, ਇਤਿਹਾਸ ਬਦਲਦਾ ਹੈ, ਕਰੈਕਟਰਸ ਬਦਲਦੇ ਆ ਤੇ ਬਾਕੀ ਜਿਹੜੇ ਕਿਰਦਾਰ ਆ ਲਿਖਾਂ ਉਹੀ ਰਹਿ ਜਾਂਦੀਆਂ ਨੇ। ਕਿ ਉਸ ਵੇਲੇ ਵੀ ਬਹੁਤ ਸਾਰੇ ਸਿੱਖ ਚਿਹਰਿਆਂ ਦੀ ਲੋੜ ਸੀ ਤੇ ਇਹਨਾਂ ਬੰਦਿਆਂ ਨੂੰ ਅੱਗੇ ਲਿਆ ਕੇ ਜਿਹੜਾ ਉਹ ਕਾਂਡ ਕਰਵਾਇਆ ਗਿਆ। ਤੇ ਇਸ ਵਾਰੀ ਫੇਰ ਇਹੀ ਇਤਿਹਾਸ ਦੁਹਰਾਉਂਦਿਆਂ ਹੋਇਆ ਇਸ ਵਾਰੀ ਜਦੋਂ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਜਾ ਰਿਹਾ, ਕਿਸਾਨੀ ਦੀ ਪਿੱਠ 'ਚ ਛੁਰਾ ਮਾਰਿਆ ਜਾ ਰਿਹਾ, ਤੇ ਇਸ ਬੰਦੇ ਨੂੰ ਮਾਨ ਨੂੰ ਜਿਹੜਾ ਉਹ ਅੱਗੇ ਲੈ ਕੇ ਆਂਦਾ ਗਿਆ। ਇਹ ਬੰਦਾ ਨਾ ਤਾਂ ਅੱਜ ਤੱਕ ਕਦੀ ਸੰਘਰਸ਼ 'ਚ ਆਇਆ, ਉਲਟਾ ਇਸ ਬੰਦੇ ਦੇ ਬਿਆਨ ਜਿਹੜੇ ਨੇ ਉਹ ਤੁਹਾਨੂੰ ਅਖਬਾਰਾਂ, ਅੰਗਰੇਜ਼ੀ ਅਖਬਾਰਾਂ ਦੇ ਵਿੱਚ ਚੰਗੇ ਭਲੇ ਮਿਲ ਜਾਣਗੇ, ਜਿੱਥੇ ਇਹਨਾਂ ਕਾਲੇ ਕਾਨੂੰਨਾਂ ਦਾ ਜਿਹੜਾ ਉਹ ਹਮੇਸ਼ਾ ਹੱਕ ਵਿੱਚ ਜਿਹੜਾ ਉਹ ਆਪਣਾ ਬਿਆਨ ਜਿਹੜਾ ਉਹ ਦਿੱਤਾ। ਸੋ ਦੁੱਖ ਦੀ ਤੇ ਵੱਡੀ ਸ਼ਰਮ ਦੀ ਗੱਲ ਹੈ। ਗੱਲ ਫਿਰ ਉਹੀ ਹੈ ਵੀ ਬਾਰ-ਬਾਰ ਲਾਈਨ ਆਉਂਦੀ ਹੈ ਕਿ ਸ਼ਰਮ ਆਤੀ ਹੈ ਇਸ ਵਤਨ ਕੋ ਵਤਨ कहते हुए। ਉਸ ਲਾਈਨ ਦੇ ਵਿੱਚ मुद्द ते गुजरी है इतनी रंजोगम सहते हुए, रंजोगम सहते हुए शर्म आती है वतन कहते हुए। ਉਸ ਲਾਈਨ ਦੇ ਵਿੱਚ ਅੱਜ ਇੱਕ ਇਸ ਇਤਿਹਾਸ ਦੇ ਵਿੱਚ ਇੱਕ ਹੋਰ ਅਧਿਆਏ ਅੱਜ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ 'ਚ ਜੁੜ ਗਿਆ ਕਿ 3 ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਸੰਸਥਾਵਾਂ ਨੂੰ। ਮੈਂ ਅੱਜ ਨੇ ਇੱਕ ਪੋਸਟ ਬੜੀ ਪਿਆਰੀ ਪੜ੍ਹੀ, ਉਹ ਸੁਖਦੇਵ ਨੇ ਸ਼ੇਅਰ ਕੀਤੀ ਸੀ ਮੈਨੂੰ, ਮੈਂ ਸੈਂਟਰਲ ਏਰੀਆ 'ਚ ਦੱਸਦਾ ਉਹਦਾ ਵੀ। ਉਹ ਕਹਿੰਦੇ ਵੀ ਬੀਬੀਆਂ ਦੇ ਭਾਰਤ ਵਿੱਚ ਔਰਤਾਂ ਦੇ ਅਧਿਕਾਰਾਂ ਦੇ ਉੱਤੇ ਉਹਨਾਂ ਦੀ ਰਾਖੀ ਵਾਸਤੇ ਇੱਕ ਕਮੇਟੀ ਬਣਾਈ ਜਾਣੀ ਹੈ, ਜਿਹਦੇ ਵਿੱਚ ਆਸਾਰਾਮ ਹੋਏਗਾ, ਜਿਹਦੇ ਵਿੱਚ ਆਪਣਾ ਜਿਹੜਾ ਉਹ ਰਾਮ ਰਹੀਮ ਹੋਏਗਾ, ਤੇ ਜਿਹਦੇ ਵਿੱਚ ਉਹ ਜਿੰਨੇ ਰੇਪਿਸਟ ਅੰਦਰ ਨੇ ਜੇਲ੍ਹਾਂ ਦੇ ਉਹ ਹੋਣਗੇ। ਇਦਾਂ ਦਾ ਜੁਮਲੇਬਾਜ਼ੀ ਜਿਹੜੀ ਉਹ ਸਰਕਾਰ ਕਰ ਰਹੀ ਹੈ। 7-8 ਲੱਖ ਲੋਕ ਜਿਹੜੇ ਬਾਰਡਰ ਤੇ ਬੈਠੇ ਨੇ ਤੇ ਕਰੋੜਾਂ ਲੋਕ ਇਸ ਭਾਰਤ ਦੇ ਇਸ ਮੋਦੀ ਨਾਂ ਦੇ ਬੰਦੇ ਦੀ ਜਾਨ ਨੂੰ ਰੋ ਰਹੇ ਨੇ। ਕਿਉਂਕਿ ਬੇਸਿਕਲੀ ਤੁਸੀਂ ਮੰਨੋਗੇ ਨੇ ਵੀਰ ਜੀ, ਅਸੀਂ ਤਰਪਾਲਾਂ ਖਰੀਦਣ ਲਈ ਗਏ, ਅਸੀਂ ਉਹਨੂੰ ਕਿਹਾ 600 ਤਰਪਾਲਾਂ ਚਾਹੀਦੀਆਂ। ਜਦੋਂ ਵੇਟ ਵੂਟ ਕੀਤਾ ਸਾਰੀ ਗੱਲ ਪਤਾ ਲੱਗੀ, ਉਹ ਕਹਿੰਦਾ 1950 ਰੁਪਏ ਦੀ ਇੱਕ ਤਰਪਾਲ ਤੁਹਾਨੂੰ ਪੈਣੀ 28x36। ਅਸੀਂ ਉਹਨੂੰ ਕਿਹਾ ਵੀ ਅਸੀਂ ਸੰਘਰਸ਼ 'ਚ ਵੰਡਣੀਆਂ ਹੀ ਆ, ਤੂੰ ਜੋ ਲੈਸ ਕਰਕੇ ਦੇ ਸਕਦਾ ਦੇ ਦੇ। ਉਹਨੇ 1150 ਰੁਪਏ ਦੀ ਦਿੱਤੀ ਭਾਜੀ। ਉਹ ਬੰਦਾ ਕਹਿੰਦਾ ਉਹ ਸਿੱਖ ਨਹੀਂ ਹੈ, ਉਹ ਕਿਸਾਨ ਨਹੀਂ ਹੈ, ਉਹ ਬੰਦਾ ਸਿਰਫ ਇਸ ਕਰਕੇ ਖੁਸ਼ ਸੀਗਾ ਵੀ ਇਹ ਮੋਦੀ ਨੇ GST ਦੇ ਮੌਕੇ, ਡੀਮੋਨਟਾਈਜੇਸ਼ਨ ਦੇ ਮੌਕੇ ਮੇਰਾ ਬਿਜ਼ਨਸ ਲਾਸ ਕੀਤਾ ਸੀ, ਮੈਂ ਨੋ ਪ੍ਰੋਫਿਟ ਤੇ ਨੋ ਲਾਸ ਤੇ ਤੁਹਾਨੂੰ ਇਹ ਸਮਾਨ ਦੇ ਕੇ ਜਿਹੜਾ ਉਹ ਆਪਣਾ ਜਿਹੜਾ ਵਿਰੋਧ ਹੈ ਉਹ ਜਿਤਾਉਣਾ ਚਾਹੁੰਦਾ। ਉਹ ਕਹਿੰਦਾ ਮੇਰੀ ਮਜਬੂਰੀ ਹੈ, ਮੇਰੇ ਉੱਤੇ ED ਦਾ ਇਨਕਮ ਟੈਕਸ ਦਾ ਡੰਡਾ, ਮੈਂ ਨਹੀਂ ਬੋਲ ਸਕਦਾ, ਪਰ ਯਾਰ ਤੁਸੀਂ ਮੇਰੀ ਲੜਾਈ ਲੜ ਰਹੇ ਹੋ, ਇਹ ਮੇਰਾ ਯੋਗ ਜੀ। ਇੱਕ ਗੱਲ ਵੀ ਜੀ ਹੋਰ, ਅਸ਼ੋਕ ਗੁਲਾਟੀ ਵੀ ਕਦੀ ਇਹ ਸੰਘਰਸ਼ ਦੇ ਵਿੱਚ ਆਏ ਨੇ? ਹਾਂ ਜਾਂ ਨਾ ਦੇ ਵਿੱਚ ਅਸ਼ੋਕ ਗੁਲਾਟੀ ਇਹ ਸੰਘਰਸ਼ ਦੇ ਵਿੱਚ? ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਨਹੀਂ ਆਇਆ ਜੀ, ਇਹਨਾਂ ਸਾਰਿਆਂ ਵਿੱਚੋਂ ਕੋਈ ਨਹੀਂ ਆਇਆ। ਇਹ ਸਾਰੇ ਸਿਰਫ ਸਰਕਾਰਾਂ ਦੇ ਹਾਜ਼ਰੀ ਭਰਦੇ ਰਹੇ ਨੇ, ਪਰ ਕਿਸਾਨਾਂ ਦੇ ਇੱਥੇ ਆ ਕੇ ਇਹਨਾਂ ਨੇ ਹਾਜ਼ਰੀ ਬਿਲਕੁਲ ਨਹੀਂ ਭਰੀ। ਕੋਈ ਨਹੀਂ, ਆਪਾਂ ਇੱਕ ਗੱਲ ਹੋਰ ਕਰਦੇ ਹਾਂ ਨਾ ਨਾਲ, ਆਪਾਂ ਕਹਿੰਦੇ ਆ ਵੀ ਜਦੋਂ ਰਾਜੇਵਾਲ ਤਾਂ ਸੰਘਰਸ਼ ਵਿੱਚ ਨੇ ਜੀ, ਡੱਲੇਵਾਲ ਸੰਘਰਸ਼ ਵਿੱਚ ਨੇ, ਜਿਹੜੇ ਬੰਦੇ ਆਲਰੇਡੀ, ਮੈਂ ਕਹਿੰਦਾ ਮੰਨ ਲਓ ਤੁਹਾਡੀ ਦੀਪ ਸਿੱਧੂ ਨਾਲ ਨਹੀਂ ਬਣਦੀ, ਤੁਹਾਡੀ ਲੱਖਾ ਸਿਧਾਣਾ ਨਾਲ ਨਹੀਂ ਬਣਦੀ, ਤੁਹਾਡੀ ਉਗਰਾਹਾਂ ਨਾਲ ਤਾਂ ਬਣਦੀ ਹੈ ਨਾ। ਉਗਰਾਹਾਂ ਤੇ ਸੰਘਰਸ਼ ਵਿੱਚ ਹੀ ਨੇ, ਇਹ ਸੰਘਰਸ਼ ਦੇ ਚਿਹਰੇ ਮੋਹਰੇ ਨੇ। ਤੁਸੀਂ ਅਜੇ ਜੇ ਸੰਘਰਸ਼ ਵਿੱਚੋਂ ਵੀ ਜਿਹੜੇ ਬੰਦੇ ਪਿਛਲੇ ਇੰਨੇ ਦਿਨਾਂ ਤੋਂ ਸਾਡੇ ਨਿੱਜੀ ਮਤਭੇਦ, ਪੰਜਾਬ ਦੇ ਮਤਭੇਦ 100 ਹੋਣਗੇ, ਉਹ ਸਾਡੇ ਘਰ ਦੇ ਮਸਲੇ ਨੇ। ਇਹ ਜਿਹੜੀ ਕਮੇਟੀ ਸੀ ਇਹਦੇ ਚੋਂ 2 ਬੰਦੇ ਕਿਉਂ ਨਹੀਂ ਲਏ ਜੀ? ਵੈਸੇ ਕਿਸਾਨਾਂ ਨੂੰ ਆਫਰ ਕਿਉਂ ਨਹੀਂ ਕੀਤਾ ਗਿਆ? ਵੈਸੇ ਤਾਂ ਵੀਰ ਜੀ ਅਗਰ 2 ਬੰਦੇ ਲੈ ਵੀ ਲੈਂਦੇ ਤਾਂ ਇਹਨਾਂ ਨੇ ਫੈਸਲਾ ਤੀਜਾ ਜਿਹੜਾ ਜੱਜ ਸੀਗਾ ਬੋਬਡੇ, ਉਹਨੇ ਆਪਣੇ ਹੱਕ 'ਚ ਹੀ ਕਰਨਾ ਸੀਗਾ। ਤੇ ਜਾਂਦੇ ਨੇ ਵੀਰ ਜੀ ਇੱਕ ਗੱਲ ਹੋਰ ਦੱਸੋ ਕਿ ਅਗਲੀ ਸਟ੍ਰੈਟਜੀ ਅਸੀਂ ਕਿਸ ਤਰ੍ਹਾਂ ਬਣਾ ਰਹੇ ਹਾਂ, ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਜਿਹੜੇ ਡਾਇਰੈਕਟਲੀ ਫਿਜ਼ੀਕਲੀ ਤੁਹਾਡੇ ਸੰਘਰਸ਼ ਦੇ ਵਿੱਚ ਇਨਵੋਲਵ ਨਹੀਂ ਹੋ ਪਾ ਰਹੇ, ਉਹ ਤੁਹਾਡੇ ਨਾਲ ਕਿਸ ਤਰ੍ਹਾਂ ਇਨਵੋਲਵ ਹੋ ਸਕਦੇ ਨੇ? ਕੋਈ ਜ਼ਰੂਰਤ ਹੈ ਉਹਨੂੰ ਕਿਸ ਤਰ੍ਹਾਂ ਪੂਰੀ ਕਰ ਸਕਦੇ ਨੇ, ਮਾਇਆ ਦੇ ਤੌਰ ਤੇ ਜਾਂ ਸਮਾਨ ਦੇ ਤੌਰ ਤੇ ਜਾਂ ਟੈਕਨੋਲੋਜੀ ਦੇ ਤੌਰ ਤੇ? ਇਹ ਅਗਰ ਤੁਹਾਨੂੰ ਕੁਝ ਗੱਲਾਂ ਸਾਨੂੰ ਵੀ ਕਲੀਅਰ ਕਰ ਦਿਓ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਤੋਂ ਪਹੁੰਚਾ ਦਈਏ। ਦੇਖੋ ਜੀ, ਇੱਕ ਬਹੁਤ ਪੋਜ਼ਿਟਿਵ ਇਸ ਵਾਰੀ ਸਾਈਨ ਹੈ ਕਿ ਅਸੀਂ ਇੱਕ ਕਿਸਾਨ ਮੋਰਚਾ ਸਪਲਾਈ ਕੋਡ ਨਾਂ ਦਾ ਗਰੁੱਪ ਬਣਾਇਆ ਜੀ, ਜਿਹਦੇ ਵਿੱਚ ਖਾਲਸਾ ਏਡ ਤੋਂ ਲੈ ਕੇ ਜੀ ਸਿੱਖ ਹੈਲਪਿੰਗ ਸਿੱਖਸ, ਜਿੰਨੀਆਂ ਵੀ ਵੱਡੀਆਂ ਸਿੱਖ ਸੰਸਥਾਵਾਂ, ਮੰਨ ਲਓ ਸਿੱਖ ਫॉर ਇਕੁਐਲਿਟੀ ਹੈ ਜਾਂ ਅਲਾਈਅੰਸ ਹੈ, ਅਸੀਂ ਸਾਰਿਆਂ ਨੇ ਇੱਕ ਸਾਂਝਾ ਗਰੁੱਪ ਬਣਾਇਆ, ਜਿਹਦੇ ਵਿੱਚ 5 ਮੋਰਚਿਆਂ ਦੇ ਉੱਤੇ ਜਿੰਨੀ ਵੀ ਸਪਲਾਈ ਹੋਣੀ ਆ ਉਹ ਅਸੀਂ ਇੱਕ ਕੋਆਰਡੀਨੇਸ਼ਨ ਭੂਮਿਕਾ 'ਚ ਚਲਾਉਂਦੇ ਹਾਂ। ਮੰਨ ਲਓ ਮੇਰੇ ਕੋਲ 600 ਤਰਪਾਲਾਂ ਸੀ ਤੇ ਮੈਂ ਗਰੁੱਪ 'ਚ ਪਾਇਆ ਵੀ ਜਿਹਨੂੰ ਚਾਹੀਦੀਆਂ ਉਹ
ਪੰਜਾਂ ਮੋਰਚਿਆਂ ਤੋਂ 200 ਚਾਹੀਦੀਆਂ ਸੀਗੀਆਂ, ਅਸੀਂ ਉੱਥੇ ਪਹੁੰਚਾ ਦਿੱਤੀ। ਇਹ ਇੱਕ ਪੋਜ਼ਿਟਿਵ ਸਾਈਨ ਹੈ ਪੰਥ ਲਈ ਵੀ। ਇਹ ਪਹਿਲੀ ਵਾਰੀ ਹੋਇਆ ਕਿ ਜਿੰਨੀਆਂ ਵੀ ਏਡ ਕਰਨ ਵਾਲੀਆਂ ਸੰਸਥਾਵਾਂ ਸੀ ਉਹ ਇੱਕ ਸਾਂਝੇ ਪਲੇਟਫਾਰਮ ਤੋਂ ਜਿਹੜਾ ਉਹ ਸਾਰਿਆਂ ਦਾ ਰੱਖ ਰਖਾਵ ਦੇਖ ਕਰ ਰਹੀਆਂ ਨੇ। ਜਿੱਥੇ ਲੋੜ ਹੈ ਉੱਥੇ ਪਹੁੰਚਾਇਆ ਜਾਂਦਾ ਤੇ ਫਾਲਤੂ ਵੇਸਟੇਜ ਜਿਹੜੀ ਬਚ ਜਾਂਦੀ। ਇਸ ਕਰਕੇ ਸਾਨੂੰ ਫਿਲਹਾਲ ਸਮਾਨ ਦੀ, ਜੇ ਕੋਈ ਤੁਹਾਨੂੰ ਕਹਿ ਵੀ ਰਿਹਾ ਨਾ, ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਪੰਜਾਂ ਮੋਰਚਿਆਂ ਤੇ ਕਿਸੇ ਵੀ ਸਮਾਨ ਦੀ ਲੋੜ ਨਹੀਂ ਹੈ। ਕਈ ਵਾਰੀ ਟਾਈਮ ਵੀ ਮੰਨ ਲਓ ਵੀ ਸਾਨੂੰ ਬਾਬਾ ਨਰਿੰਦਰ ਸਿੰਘ ਦਾ ਪਲਵਲ ਤੋਂ ਫੋਨ ਆਉਂਦਾ ਹੈ ਕਿ ਮੈਨੂੰ ਪਾਣੀ ਚਾਹੀਦਾ, ਤੇ ਅਸੀਂ ਉਹ ਗਰੁੱਪ 'ਚ ਪਾਉਂਦੇ ਹਾਂ ਤੇ ਪਾਣੀ ਉਹਨਾਂ ਨੂੰ ਦਿੱਲੀ ਤੋਂ ਪਹੁੰਚ ਜਾਂਦਾ। ਲੇਕਿਨ ਉਹਨਾਂ ਨੇ ਜਿਹੜਾ ਇੱਕ ਜਾਂ ਦੋ ਜਣੇ ਨੂੰ ਹੋਰਾਂ ਨੂੰ ਵੀ ਕਿਹਾ ਸੀ, ਤੇ ਬਹੁਤ ਸਾਰੇ ਲੋਕ ਉਹਨੂੰ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਹਿੰਦੀ, ਬਾਬਾ ਨਰਿੰਦਰ ਸਿੰਘ ਨੂੰ ਜੀ ਪਾਣੀ ਚਾਹੀਦਾ ਸੀਗਾ। ਉਸ ਤੋਂ ਮਗਰੋਂ ਉਹ ਪਾਣੀ ਉਹਨਾਂ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ। ਪਰ ਕਹਾਣੀ ਇਹ ਹੈ ਵੀ ਉਹਦੇ ਵਿੱਚ ਬਹੁਤ ਸਾਰੀ ਜਿਹੜੀ ਟਰਾਂਸਪੇਰੈਂਸੀ ਨਹੀਂ ਮਿਲਦੀ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਖਾਲਸਾ ਏਡ ਨੂੰ ਐਡ ਕਰੋ, ਯੂਨਾਈਟਿਡ ਸਿੱਖਸ ਨੂੰ ਕਰੋ, ਤੁਸੀਂ ਸਿੱਖ ਹੈਲਪਿੰਗ ਸਿੱਖਸ ਨੂੰ ਕਰੋ, ਤੁਸੀਂ ਆਪਣਾ ਸਰਬੱਤ ਦਾ ਭਲਾ ਨੂੰ ਕਰੋ, ਤੁਸੀਂ ਕਿਸੇ ਨੂੰ ਵੀ ਕਰੋ, ਬਟ ਸੰਸਥਾ ਦੇ ਥਰੂ ਚੈਨਲਾਈਜ਼ ਕਰੋ। ਉਹਦਾ ਕਾਰਨ ਇਹ ਹੈ ਕਿ ਸੰਸਥਾ ਦੇ ਥਰੂ ਜਿਹੜਾ ਉਹ ਥੋੜਾ ਜਿਹਾ ਟਰਾਂਸਪੇਰੈਂਸੀ ਦਾ ਇਸ਼ੂ ਜਿਹੜਾ ਉਹ ਸੋਲਵ ਹੋ ਜਾਏ। ਦੂਜੀ ਬੇਨਤੀ, ਫਿਲਹਾਲ ਕੋਈ ਰਿਕੁਆਇਰਮੈਂਟ ਨਹੀਂ ਹੈ। ਨਵਾਂ ਸ਼ਾਹਜਹਾਂਪੁਰ ਵਾਲਾ ਜਿਹੜਾ ਰਾਜਸਥਾਨ ਬਾਰਡਰ ਤੋਂ ਰਾਜੂ ਭਾਜੀ ਦਾ ਜਿਹੜਾ, ਕਿਉਂਕਿ ਉਹਨਾਂ ਨੇ ਲੇਟੈਸਟ ਹੀ 2-3 ਬੈਰੀਅਰ ਤੋੜੇ ਨੇ, ਉਹਨਾਂ ਦਾ ਜਿਹੜਾ ਕਾਫਲਾ ਸੀਗਾ ਉਹ ਅਜੇ ਪਰਮਾਨੈਂਟ ਉਹਨਾਂ ਨੂੰ ਸ਼ੈਲਟਰ ਨਹੀਂ ਸੀ ਮਿਲਿਆ। ਉਹ ਅੱਜ ਭਲਕ ਜਿਹੜਾ ਉਹਨਾਂ ਨੂੰ ਪਰਮਾਨੈਂਟ ਸ਼ੈਲਟਰ ਮਿਲਣਾ, ਉਹਦੇ ਲਈ ਸਾਰੀਆਂ ਸੰਸਥਾਵਾਂ ਰਲ ਮਿਲ ਕੇ ਯੋਗਦਾਨ ਪਾ ਰਹੀਆਂ, ਬਟ ਅਜੇ ਇਸ ਵਕਤ ਨੂੰ ਕੋਈ ਵੱਡੀ ਲੋੜ ਨਹੀਂ ਹੈਗੀ। ਦੂਜੀ ਗੱਲ, ਇਹਨਾਂ ਨੂੰ ਜਿਹੜੀ ਆਪਾਂ ਟਰੈਕਟਰ ਟੂ ਟਰੈਕਟਰ ਟੱਕਰ ਦਿੱਤੀ ਹੈ, ਮੈਂ ਕਹਿੰਦਾ ਉਹਦੇ 'ਚ ਵੱਧ ਤੋਂ ਵੱਧ ਯੋਗਦਾਨ ਪਾਓ। ਤੇ ਜਿਹੜਾ 15 ਤਰੀਕ ਨੂੰ, ਅੱਜ 13 ਤਰੀਕ ਹੋ ਗਈ ਹੈ, 15 ਤਰੀਕ ਨੂੰ UNO ਦਾ ਜਿਹੜਾ ਆਪਣਾ ਡਿਪਾਰਟਮੈਂਟ ਹੈ, FAO ਜਿਹੜਾ ਫਾਰਮਰ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਆ, ਉਹਦੇ ਇਟਲੀ ਰੋਮ ਆਫਿਸ ਦੇ ਸਾਹਮਣੇ ਇੱਕ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ। 100 ਬੰਦਿਆਂ ਦੀ ਪਰਮਿਸ਼ਨ ਮਿਲ ਗਈ ਹੈ। ਉਹ ਆਪਣੀ ਸਾਰੀ GSA ਦੀ ਟੀਮ ਤੇ ਜਿਹੜੀ ਉਹ MR ਵਾਲੀ ਟੀਮ ਹੈ, ਉਹ ਸਾਰੇ ਰਲ ਮਿਲ ਕੇ, ਯੂਰਪ ਦੀਆਂ ਸੰਸਥਾਵਾਂ ਬਹੁਤ ਵੱਡਾ ਕਾਰਜ ਕਰ ਰਹੀਆਂ ਨੇ। ਉਹਨਾਂ ਦੀ ਇੱਕ ਪਟੀਸ਼ਨ ਹੈ। ਮੇਰੀ ਹੱਥ ਬਣ ਕੇ ਤੁਹਾਡੇ ਪਲੇਟਫਾਰਮ ਤੋਂ ਬੇਨਤੀ ਹੈ ਕਿ ਉਸ ਪਟੀਸ਼ਨ ਨੂੰ ਆਪ ਤਾਂ ਸਾਈਨ ਕਰਨਾ ਹੀ ਕਰਨਾ, ਵੱਧ ਤੋਂ ਵੱਧ ਪ੍ਰਮੋਟ ਵੀ ਕਰੋ, ਤਾਂ ਕਿ ਉਹ ਪਟੀਸ਼ਨ ਦੇ ਥਰੂ ਇੱਕ ਤਾਂ ਅਸੀਂ ਉਹਦੇ 'ਚ ਜਿਹੜੀ ਮੰਗ ਰੱਖੀ ਹੈ ਉਹ ਇਹ ਹੈ ਕਿ FAO ਜਿਹੜੀ ਉਹ UNO ਨੂੰ ਸਾਡੀਆਂ ਚਿੰਤਾਵਾਂ ਬਾਰੇ ਦੱਸੇ। ਪਲੱਸ ਜਿਹੜਾ 2018 ਦੇ ਵਿੱਚ ਚਾਰਟਰ ਬਣਿਆ ਸੀ UNO ਦਾ ਕਿ ਫਾਰਮਿੰਗ ਤੇ ਕਾਰਪੋਰੇਟ ਨੂੰ ਵੱਖਰੇ ਵੱਖਰੇ ਰੱਖਣਾ, ਉਹਦੇ ਤੇ ਚਰਚਾ ਕੀਤੀ ਜਾ ਸਕਦੀ। ਤੇ ਤੀਜੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ UNO ਦਾ ਇੰਡੀਆ ਚੈਪਟਰ ਜਿਹੜਾ, ਉਹਦੀ 5 ਮੈਂਬਰੀ ਟੀਮ ਜਿਹੜੀ ਉਹ ਸੰਘਰਸ਼ ਵਿੱਚ ਜਾ ਕੇ ਜਿਹੜੇ ਸੰਬੰਧਿਤ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਕੇ ਜੋ ਓਰੀਜਨਲ ਸਿਚੁਏਸ਼ਨ ਹੈ ਉਹਨੂੰ ਜਿਹੜਾ ਉਹ UNO ਨੂੰ ਰਿਪੋਰਟ ਕਰ ਸਕੇ। ਇਹ 3-4 ਚੀਜ਼ਾਂ ਜਿਹੜੀਆਂ ਸੀ ਉਹ 'ਚ ਮੰਗੀਆਂ ਨੇ। ਸੋ ਵੱਧ ਤੋਂ ਵੱਧ ਬੇਨਤੀ ਹੈ ਕਿ ਤੁਸੀਂ ਜਿਹੜੇ ਬਾਹਰ ਬੈਠੇ ਹੋ, ਮੈਂ ਤੁਹਾਨੂੰ ਸਾਰਿਆਂ ਨੂੰ ਸਿਰ ਝੁਕਾਉਣਾ ਹਾਂ, ਵਿਸ਼ੇਸ਼ ਕਰਕੇ ਦਿੱਲੀ ਦੀਆਂ ਸੰਗਤਾਂ ਨੂੰ ਜ਼ਰੂਰ ਝੁਕਾਉਣਾ ਹਾਂ। ਇੰਨਾ ਵੱਡਾ ਔਰ ਸੰਘਰਸ਼ ਤੁਸੀਂ ਕਰ ਰਹੇ ਹੋ, ਔਰ ਉਹ ਸਰਕਾਰ ਜਿਹੜੀ ਕਿ ਆਪਣੇ ਆਪ ਨੂੰ ਅਜੇਤੂ ਕਰਾਰ ਕਰਦੀ ਸੀ, ਇਸ ਵੇਲੇ ਗੋਡਿਆਂ ਦੇ ਭਾਰ ਹੈ। ਔਰ ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ, ਔਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੇਲੇ ਆਪਣੀ ਜਿਹੜੀ ਯੂਨਿਟੀ ਹੈ ਉਹਦੇ ਨਾਲ ਇਸ ਮੋਰਚੇ ਨੂੰ ਜਿੱਤੀਏ। ਇਹ ਮੋਰਚਾ ਇੱਕ ਪਰਸਨਲ ਜਿੱਤ ਨਹੀਂ ਹੈ, ਇੱਕ ਕਮਿਊਨਿਟੀ ਦੀ ਜਿੱਤ ਨਹੀਂ ਹੈ, ਮੋਰਚਾ ਪੂਰੀ ਇਨਸਾਨੀਅਤ ਦੀ ਜਿੱਤ ਹੋਵੇਗੀ ਕਿ ਜ਼ੁਲਮ ਦੇ ਖਿਲਾਫ ਜਿਹੜੀ ਜਿੱਤ ਹੋਵੇਗੀ ਚੰਗਿਆਈ ਦੀ। ਤੇ ਵੀਡੀਓ ਨੇ ਇਸ ਤੋਂ ਬਸ ਆਖਿਰੀ 2 ਮਿੰਟ ਤੁਸੀਂ ਦੱਸ ਦਿਓ ਕਿ ਨੈਕਸਟ ਅਸੀਂ ਉਹਨਾਂ ਮੋਰਚੇ ਨੂੰ ਕਿੱਥੇ ਚਾਹੁੰਦਾ ਵੇਖ ਰਹੇ ਹਾਂ। ਸੁਪਰੀਮ ਕੋਰਟ ਦੇ ਖਿਲਾਫ ਦੇਖੋ, ਮੋਰਚੇ ਨੂੰ ਜਾਂਦੇ ਆ 26 ਜਨਵਰੀ ਇੱਕ ਬਹੁਤ ਵੱਡਾ ਦਿਨ ਰਹੇਗਾ, ਜਦੋਂ ਪੰਜਾਬ ਹੀ ਨਹੀਂ ਹਰਿਆਣਾ ਪੂਰੀ ਤਿਆਰੀ ਕਰ ਚੁੱਕਾ ਹੈ ਕਿ ਅਸੀਂ ਜਿਹੜਾ ਉਹ ਦਿੱਲੀ ਦੇ ਅੰਦਰ ਇੰਟਰ ਕਰਾਂਗੇ। ਕਿਸਾਨ ਆਗੂ ਅਜੇ ਵੀ ਪੀਸਫੁਲ ਰਹਿਣ ਦੀ ਉਹ ਜਿਹੜੀ ਜਿੱਦ ਥੋੜੀ ਜਿਹੀ ਕਰ ਰਹੇ ਨੇ। ਸੋ ਮੈਨੂੰ ਲੱਗਦਾ ਕਿ ਸ਼ਾਇਦ 26 ਤਰੀਕ ਤੱਕ ਉਹਨਾਂ ਨੂੰ ਇਹ ਸਮਝ ਪੈ ਜਾਏਗੀ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਜਿਹੜਾ ਪਾਰਸ਼ੀਅਲਿਟੀ ਦਿਖਾ ਕੇ ਆਪਣਾ ਰੁਖ ਜਿਹੜਾ ਉਹ ਕਲੀਅਰ ਕਰਤਾ ਹੈ ਕਿ ਕਿਸਾਨੀ ਕਾਨੂੰਨ ਕਾਲੇ ਜਿਹੜੇ ਆ ਇਹ ਰੱਦ ਨਹੀਂ ਹੋਣੇ। ਇਹਦਾ ਮਿਡਵੇ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਭਾਵੇਂ ਮੀਟਿੰਗਾਂ 'ਚੋਂ 90% ਤੱਕ ਅਮੈਂਡਮੈਂਟ ਦੀ ਗੱਲ ਕਰ ਚੁੱਕੇ ਨੇ, ਪਰ ਇਸ ਵਾਰੀ 26 ਤਰੀਕ ਦਾ ਜਿਹੜਾ ਦਿਨ ਹੋਏਗਾ ਉਹ ਬਹੁਤ ਮਹੱਤਵਪੂਰਨ ਹੈ। ਪੰਜਾਬ ਪੂਰੀ ਚੜ੍ਹਦੀ ਕਲਾ 'ਚ ਹੈ ਔਰ ਯੋਧੇ ਪੂਰੀ ਚੜ੍ਹਦੀ ਕਲਾ 'ਚ ਨੇ। ਇਸ ਕਰਕੇ ਇਹ ਸਟ੍ਰੈਟਜੀ ਹੈ ਸਾਰੀਆਂ ਆਪਣੀਆਂ ਜਿਹੜੀਆਂ, ਖਾਸ ਕਰਕੇ ਜੇ ਮੈਂ, ਕਿਉਂਕਿ ਮੇਰੇ ਜ਼ਿਆਦਾ ਨੇੜੇ ਨੇ ਗੁਰਦਾਮ ਸਿੰਘ ਚੜੂਨੀ ਹੋਰੀ, ਬਈ ਉਹ ਇਹ ਜਿਹੜਾ 26 ਤਰੀਕ ਨੂੰ ਉੱਥੇ ਅੰਦਰ ਇੰਟਰ ਦਿੱਲੀ ਦੇ ਜ਼ਰੂਰ ਕਰਨਗੇ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਕਰਨਗੇ, ਪ੍ਰਪੇਅਰ ਹੋ ਕੇ ਕਰਨਗੇ ਔਰ ਇਸ ਉਮੀਦ ਦੇ ਨਾਲ ਕਰਨਗੇ ਕਿ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਜਿਹੜਾ ਉਹ ਦਿੱਲੀ ਤੱਕ ਜ਼ਰੂਰ ਲੈ ਕੇ ਜਾਣਾ। ਸੁਪਰੀਮ ਕੋਰਟ ਇੱਕ ਪਾਸੇ ਕਹਿ ਚੁੱਕੀ ਹੈ ਪ੍ਰੋਟੈਸਟ ਕਰਨ ਦੀ ਆਗਿਆ। ਹੁਣ ਦੇਖਦੇ ਹਾਂ ਕਿ ਹਰਿਆਣਾ ਸਰਕਾਰ, ਸਾਨੂੰ ਤਾਂ ਕਹਿੰਦੇ ਵੀ ਸੁਪਰੀਮ ਕੋਰਟ ਦੀ ਸੁਣੋ, ਪਰ ਕੀ ਹਰਿਆਣਾ ਖੱਟੜ ਸਰਕਾਰ ਵੀ ਸੁਪਰੀਮ ਕੋਰਟ ਦੀ ਸੁਣਦੀ ਹੈ ਕਿ ਨਹੀਂ ਸੁਣਦੀ? ਕਿਉਂਕਿ ਸ਼ਾਂਤਮਈ ਸੰਘਰਸ਼ ਹੈ
ਉਹਨਾਂ ਨੇ ਤਾਂ ਸਿਰਫ ਟਰੈਕਟਰ ਲੈ ਕੇ ਅੱਗੇ ਐਂਟਰ ਕਰਨਾ ਹੈ, ਕੋਈ ਵਾਇਲੈਂਟ ਹੋਣ ਦਾ ਤਰੀਕਾ ਹੀ ਨਹੀਂ ਹੈਗਾ। ਤੇ ਜੇ ਦੁਬਾਰਾ ਬੈਰੀਕੇਟਿੰਗ ਲਾ ਕੇ ਪਾਣੀ ਦੀਆਂ ਬਸ਼ਾਰਾਂ ਹੁੰਦੀਆਂ ਨੇ ਤੇ ਫਿਰ ਤੁਹਾਨੂੰ ਪੂਰੀ ਦੁਨੀਆ 'ਚ ਬੈਠੇ ਹੋਏ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਹਰ ਇਨਸਾਫ ਪਸੰਦ ਬੰਦਾ ਜਿਹੜਾ ਇਸ ਗੱਲ ਨੂੰ ਪੂਰੀ ਕੌਮਾਂਤਰੀ ਪੱਧਰ ਤੇ ਉਠਾਵੇ ਕਿ ਸ਼ਾਂਤਮਈ ਸੁਪਰੀਮ ਕੋਰਟ ਦੇ ਆਰਡਰਸ ਨੂੰ ਤਲਾਂਜਲੀ ਦੇ ਕੇ ਜੇ ਖੱਟੜ ਫੇਰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਅਸੀਂ ਜਿਹੜਾ ਉਹ ਇਨਸਾਫ ਦੀ ਆਵਾਜ਼ ਜਿਹੜੀ ਉਹ ਜ਼ਰੂਰ ਬੁਲੰਦ। ਜੀ ਵੀਰ ਜੀ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਅਪੀਲ ਦੀ ਗੱਲ ਕੀਤੀ ਹੈ ਵੀਰ ਨੇ, ਉਹਨਾਂ ਨੂੰ ਜ਼ਰੂਰ ਤੁਸੀਂ ਸਾਈਨ ਕਰੋ। ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਅਸੀਂ ਜਾਂਦਿਆਂ ਦੇ ਦਈਏ ਕਿ ਬੋਰਿਸ ਜੌਨਸਨ ਜਿਹੜਾ ਯੂਕੇ ਦਾ ਪ੍ਰਾਈਮ ਮਿਨਿਸਟਰ ਇੰਡੀਆ ਦੇ ਵਿੱਚ 26 ਜਨਵਰੀ ਦੇ ਵਿੱਚ ਚੀਫ ਗੈਸਟ ਸੀਗਾ, ਉਹਦੇ ਗੈਸਟ ਵਜੋਂ ਜਾ ਰਿਹਾ ਸੀਗਾ। ਅਪੀਲ ਕਰਕੇ ਇੱਥੋਂ ਦੇ ਲੋਕਲ ਐਮਪੀਜ਼ ਨੇ 35 ਐਮਪੀਜ਼ ਨੇ ਉਹਦੇ ਖਿਲਾਫ ਗੱਲ ਕੀਤੀ। ਅਸੀਂ ਅਪੀਲ ਪਾਈ, ਹੋਰ ਬੜੇ ਲੋਕਾਂ ਨੇ ਅਪੀਲ ਪਾਈ ਤੇ ਅਖੀਰ ਦੇ ਵਿੱਚ ਬੋਰਿਸ ਜੌਨਸਨ ਨੂੰ ਉਸ ਦੌਰੇ ਨੂੰ ਕੈਂਸਲ ਕਰਨਾ ਪਿਆ ਜਿਹੜਾ ਕਿ 26 ਜਨਵਰੀ ਇੰਡੀਆ 'ਚ ਕਰ ਰਿਹਾ ਸੀਗਾ। ਭਾਵੇਂ ਮੀਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਵਿਡ ਕਰਕੇ ਕੀਤਾ ਗਿਆ, ਪਰ ਅਸੀਂ ਸਾਰੇ ਇੰਨੀ ਕੁ ਸਮਝ ਰੱਖਦੇ ਹਾਂ ਕਿ ਇਹ ਕਿਉਂ ਕੈਂਸਲ ਕੀਤਾ ਗਿਆ। ਸੋ ਤੁਹਾਡੀ ਇੱਕ ਨਿੱਕੀ ਜਿਹੀ ਚੁੱਕੀ ਆਵਾਜ਼ ਵੀ ਜਦੋਂ ਨਾਲ ਰਲਦੀ ਹੈ ਤਾਂ ਬੜੀ ਬੁਲੰਦ ਹੋ ਕੇ ਉੱਠਦੀ ਹੈ ਤੇ ਉਹ ਕਹਿੰਦੇ ਨੇ ਕਿ ਬੋਲਿਆਂ ਨੂੰ ਵੀ ਸੁਣਾਈ ਪੈ ਜਾਂਦੀ ਹੈ। ਸੋ ਪਰਮਪਾਲ ਵੀਰ ਜੀ, ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰੀਕੇ ਨਾਲ ਆਪਣਾ ਸੰਘਰਸ਼ ਕਾਇਮ ਰੱਖੋਗੇ ਔਰ ਕੰਟੀਨਿਊ ਰੱਖੋਗੇ ਔਰ ਜੇਤੂ ਹੋ ਕੇ ਹੀ ਉੱਥੋਂ ਮੁੜੋਗੇ। ਇਨ ਬਿਟਵੀਨ ਅਗਰ ਤੁਹਾਨੂੰ ਸਾਡੀ ਟੀਮ ਦੀ ਜਾਂ ਦਰਸ਼ਕਾਂ ਤੋਂ ਕਿਸੇ ਚੀਜ਼ ਦੀ ਵੀ ਲੋੜ ਹੋਵੇ, ਜ਼ਰੂਰਤ ਹੋਵੇ, ਬੇਸ਼ੱਕ ਤੁਸੀਂ ਸਮਰੱਥ ਹੋ ਸਾਡੇ ਤੋਂ ਤੇ ਤੁਹਾਡਾ ਅਸੀਂ ਹਮੇਸ਼ਾ ਸਵਾਗਤ ਕਰਦੇ ਹਾਂ। ਸਾਨੂੰ ਪਤਾ ਹੋਵੇ ਕਿ ਤੁਸੀਂ ਰਾਈਟ ਫਰਮ ਦੀ ਬਿਗਨਿੰਗ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਪਏ ਹੋ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਪਏ ਹੋ ਔਰ ਇਨਸਾਨੀਅਤ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਹੋ। ਮੈਂ ਜਾਂਦੇ ਦਰਸ਼ਕਾਂ ਨੂੰ ਹੋਰ ਦੱਸ ਦਿਆਂ ਕਿ ਪਰਮਪਾਲ ਵੀਰ ਜੀ ਸਿਰਫ ਸਿੱਖਾਂ ਵਾਸਤੇ ਕੰਮ ਹੀ ਨਹੀਂ ਕਰਦੇ, ਦੂਜੇ ਧਰਮਾਂ ਵਾਸਤੇ ਵੀ ਇਹਨਾਂ ਨੇ ਕਾਫੀ ਕੰਮ ਕੀਤੇ ਨੇ। ਜਿਹੜੀਆਂ ਦੂਜੇ ਧਰਮਾਂ ਦੀ ਜਿਹੜੀ ਮੀਟਿੰਗਸ ਹੁੰਦੀਆਂ ਨੇ ਉਹਦੇ ਜਾ ਕੇ ਸਿੱਖ ਨੂੰ ਰਿਪਰੈਜ਼ੈਂਟ ਕਰਦੇ ਨੇ, ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣੇ ਸ਼ਹਿਰ ਦੇ ਵਿੱਚ, ਆਪਣੇ ਪ੍ਰਦੇਸ਼ ਦੇ ਵਿੱਚ ਬੁਲਾ ਕੇ ਸਿੱਖੀ ਦੇ ਨਾਲ ਜਾਣੂ ਕਰਾਉਂਦੇ ਨੇ। ਸੋ ਇੱਕ ਬੜਾ ਚੰਗਾ ਕੰਮ ਰਾਈਟ ਫਰਮ ਦੀ ਬਿਗਨਿੰਗ ਕਰ ਰਹੇ ਨੇ। ਇਹ ਨਹੀਂ ਕਿ ਇਹ ਸੰਘਰਸ਼ ਸ਼ੁਰੂ ਹੋਇਆ ਵੇ ਤੇ ਇੱਥੇ ਆਪਣੀ ਉਹ ਨਾਮ ਬਣਾਉਣੀਆਂ, ਆਪਣੀ ਪੋਲਿਟਿਕਸ ਚਮਕਾਉਣ ਵਾਸਤੇ ਆ ਗਏ ਨੇ। ਇਹ ਗਰਾਊਂਡ ਲੈਵਲ ਤੇ ਰਹਿ ਕੇ ਪਿਛਲੇ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਨੇ। ਔਰ ਪਰਮਪਾਲ ਵੀਰ ਜੀ, ਮੈਂ ਤੁਹਾਨੂੰ ਇੱਕ ਵਾਰੀ ਫੇਰ ਵਧਾਈ ਦਿੰਦਾ ਵਾਂ ਕਿ ਤੁਸੀਂ ਸ਼ਲਾਘਾਯੋਗ ਹੋ ਔਰ ਉਮੀਦ ਕਰਦਾ ਹਾਂ ਕਿ ਸਾਰੇ ਦਰਸ਼ਕ ਇਸ ਸੰਘਰਸ਼ ਦੇ ਵਿੱਚ ਨਾਲ ਜੁੜ ਕੇ ਇਹਨੂੰ ਜੇਤੂ ਬਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।